ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੇ ਪਵਿੱਤਰ ਚਰਨਾਂ ਵਿੱਚ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਦੂਰ ਨੇੜੇ ਤੋਂ ਚੱਲ ਕੇ ਗੁਰੂ ਨਾਲ ਪ੍ਰੇਮ ਕਰਨ ਵਾਲੀਆਂ ਰੂਹਾਂ ਸਾਹਿਬ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਜੁੜ ਕੇ ਬੈਠੀਆਂ ਹਨ। ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਜੋ ਸਾਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਨਾਨਕ ਨਾਮ ਲੇਵਾ ਗੁਰਸਿੱਖ ਬੈਠੇ ਹਨ ਉੱਥੇ ਉਹ ਸ਼ਰਧਾ ਅਨੁਸਾਰ ਮਨਾਉਂਦੇ ਹਨ। ਇੱਥੇ ਵੀ ਕੁਛ ਰੂਹਾਂ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜਿਨ੍ਹਾਂ ਦੇ ਕਰਮਾਂ ਵਿੱਚ ਇਹ ਵਸਤੂ ਲਿਖੀ ਹੁੰਦੀ ਹੈ, ਉਹਨਾਂ ਨੂੰ ਮਿਲਦੀ ਹੈ। ਭੌਰੇ ਦੀ ਲਿਖਤ ਵਿੱਚ ਲਿਖਿਆ ਕਿ ਉਸਨੇ ਫੁੱਲਾਂ ਦੀ ਸੁਗੰਧੀ ਲੈਣੀ ਹੈ ਅਤੇ ਇੱਕ ਭੌਰੇ ਦੀ ਸ਼ਕਲ ਦਾ ਭੂੰਡ ਵੀ ਹੋਇਆ ਕਰਦਾ ਹੈ, ਉਹ ਫੁੱਲਾਂ ਦੀ ਸੁਗੰਧੀ ਤੋਂ ਕੋਹਾਂ ਦੂਰ ਰਹਿੰਦਾ ਹੈ। ਤੁਸੀਂ ਦੇਖਿਆ ਹੋਣਾ ਪੁਰਾਤਨ ਬੀਬੀਆਂ ਕਈ ਪਾਥੀਆਂ ਪੱਥਦੀਆਂ ਹੁੰਦੀਆਂ ਸਨ, ਉਹਨਾਂ ਵਿੱਚ ਭੌਰਿਆਂ ਦੀ ਸ਼ਕਲ ਦਾ ਇੱਕ ਭੂੰਡ ਵੀ ਬੈਠ ਜਾਂਦਾ ਸੀ। ਦੋਨਾਂ ਨੂੰ ਦੇਖੀਏ ਸ਼ਕਲ ਤਾਂ ਇੱਕੋ ਤਰ੍ਹਾਂ ਦੀ ਹੁੰਦੀ ਹੈ, ਪਰ ਜਦੋਂ ਉਹਨਾਂ ਦੇ ਨਾਲ ਬਾਹ ਪੈਂਦਾ, ਜਦੋਂ ਉਹਨਾਂ ਦੇ ਅਸੀਂ ਗੁਣਾਂ ਔਗਣਾਂ ਨੂੰ ਵਿਚਾਰਦੇ ਹਾਂ ਫਿਰ ਉਸ ਤੋਂ ਪਤਾ ਚੱਲਦਾ ਹੈ ਕਿ ਸ਼ਕਲ ਦੋਨਾਂ ਦੀ ਇੱਕੋ ਹੀ ਹੈ, ਪਰ ਉਹਨਾਂ ਵਿੱਚ ਹੈ ਲੱਖਾਂ ਕੋਹਾਂ ਦਾ ਅੰਤਰ। ਸਿਆਣੇ ਪੁਰਖਾਂ ਨੇ ਗੱਲ ਲਿਖੀ ਹੈ, ਭੌਰਾਂ ਭੂੰਡਾਂ ਦੋਸਤੀ ਇੱਕੋ ਜਿਹੀ ਗੂੰਜ। ਬੋਲਦਾ ਭੌਰਾ ਵੀ ਉਸ ਤਰ੍ਹਾਂ ਦੀ ਗੂੰਜ ਵਿੱਚ ਹੈ, ਬੋਲਦਾ ਉਹੀ ਭੂੰਡ ਵੀ ਉਸੇ ਗੂੰਜ ਵਿੱਚ ਹੈ। ਬਾਹ ਪਏ ਤੇ ਜਾਣੀਏ ਕੌਣ ਭੌਰਾ ਕੌਣ ਭੂੰਡ। ਦੁਨੀਆ ਵਿੱਚ ਸੁੰਦਰ ਦੇਹੀਆਂ ਪ੍ਰਾਪਤ ਹੋਈਆਂ ਨੇ ਬਹੁਤ, ਕਈ ਇਤਨੇ ਸੁਨੱਖੇ ਬਣਾਤੇ ਨੇ ਜੀਵ ਜੰਤੂ, ਕਈ ਮਨੁੱਖਾਂ ਵਿੱਚ ਵੀ ਜਾਤੀਆਂ ਐਸੀਆਂ ਨੇ ਇਤਨੇ ਸੁਨੱਖੇ ਬਣਾ ਦਿੱਤੇ ਨੇ। ਪਰਮੇਸ਼ਰ ਦੀ ਕਲਾ ਹੈ, ਉਹਨਾਂ ਨੂੰ ਬੰਦਾ ਦੇਖਦਾ ਹੀ ਦੰਗ ਰਹਿ ਜਾਂਦਾ। ਕਈ ਸਰੀਰ ਐਸੇ ਕਰੂਪ ਬਣਾ ਦਿੱਤੇ ਨੇ, ਕਈ ਜਾਨਵਰ ਪਸ਼ੂ ਪੰਛੀ ਵੀ ਐਸੇ ਕਰੂਪ ਨੇ ਜਿਨ੍ਹਾਂ ਨੂੰ ਦੇਖਣਾ ਮਨੁੱਖ ਵੀ ਪਸੰਦ ਨਹੀਂ ਕਰਦਾ। ਦੇਖਣ ਵਾਸਤੇ ਹੀ ਸ੍ਰਿਸ਼ਟੀ ਵਿੱਚ ਮਨੁੱਖ ਜਾਤੀ ਇੱਕੋ ਜਿਹੀ ਹੈ। ਬਹੁਤ ਸਾਰੇ ਦੇਖਣ ਵਿੱਚ ਮਨੁੱਖ, ਕਈਆਂ ਦੇ ਰੰਗ ਕਾਲੇ ਨੇ, ਕਈਆਂ ਦੇ ਨੱਕ ਫੀਨੇ ਨੇ, ਕਈਆਂ ਦੇ ਚਿੱਟੇ ਰੰਗ ਨੇ, ਕਈਆਂ ਦੇ ਸੁੰਦਰ ਸੁਹੱਪਣ ਵਿੱਚ ਕੋਈ ਗਿਣਤੀ ਗੁਣਾਂ ਦੀ ਕੀਤੀ ਨਹੀਂ ਜਾਂਦੀ, ਪਰ ਆਪਣੇ ਗੁਣਾਂ ਕਰਕੇ ਉਹਨਾਂ ਦੇ ਵਿੱਚ ਸਮਾਜ ਤਾਂ ਉਹਨਾਂ ਨੂੰ ਚੰਗਾ ਸਮਝਦਾ ਹੈ। ਧਾਰਮਿਕ ਪੱਖ ਦੇ ਅੰਦਰ ਉਹਨਾਂ ਦੇ ਇਹਨਾਂ ਸਰੀਰਕ ਗੁਣਾਂ ਦੀ ਕੀਮਤ ਨਹੀਂ ਪਾਈ ਜਾਂਦੀ। ਧਾਰਮਿਕ ਪੱਖ ਦੇ ਅੰਦਰ ਸਰੀਰ ਦਾ ਪੱਖ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਭਾਵੇਂ ਕਰੂਪ ਹੋਵੇ, ਕਾਲਾ ਰੰਗ ਹੋਵੇ, ਸੁੰਦਰ ਮਹਿਲ ਨਾ ਵੀ ਹੋਵੇ, ਕੋਈ ਉਹਨੂੰ ਬੁਲਾਉਂਦਾ ਚਲਾਉਂਦਾ ਨਾ ਵੀ ਹੋਵੇ, ਕੋਈ ਸਤਿਕਾਰ ਨਾ ਵੀ ਦੇਵੇ, ਪਰ ਗੁਰੂ ਨਾਨਕ ਦੀ ਦਰਗਾਹ ਵਿੱਚ ਉਸ ਪੁਰਖ ਨੂੰ ਸਤਿਕਾਰ ਦਿੱਤਾ ਜਿਹਦੇ ਅੰਦਰ ਇੱਕ ਵੱਡਾ ਗੁਣ ਹੈ, ਪਰਮੇਸ਼ਰ ਦੇ ਨਾਮ ਜਪਣ ਦੀ ਅੰਦਰ ਇੱਛਾ ਬਣ ਜਾਣੀ। ਇੱਛਾ ਹੀ ਬਣਨੀ ਬੜੀ ਵੱਡੀ ਗੱਲ ਹੈ, ਜਪਣਾ ਤਾਂ ਬਹੁਤ ਦੂਰ ਦੀ ਗੱਲ ਹੈ। ਜਿਨ੍ਹਾਂ ਦੀ ਇੱਛਾ ਬਣ ਜਾਂਦੀ ਰੋਟੀ ਖਾਣ ਦੀ, ਉਹ ਰੋਟੀ ਦੀ ਭਾਲ ਕਰੇ ਹੀ ਲੈਂਦੇ ਆ, ਲੱਭ ਹੀ ਲੈਂਦੇ ਆ। ਜਿਨ੍ਹਾਂ ਦੀ ਇੱਛਾ ਬਣ ਜਾਂਦੀ ਹੈ ਪਾਣੀ ਪੀਣ ਦੀ, ਉਹ ਹਰ ਸੰਭਵ ਕੋਸ਼ਿਸ਼ ਕਰਦੇ ਆ, ਪਾਣੀ ਪੀਣ ਲੱਭ ਲੈਂਦੇ ਆ। ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਜਪਣ ਦੀ ਇੱਛਾ ਬਣ ਜਾਂਦੀ ਹੈ, ਉਹਨਾਂ ਨੂੰ ਫਿਰ ਢੰਗ ਤਰੀਕਾ ਨਹੀਂ ਸਿਖਾਲਣਾ ਪੈਂਦਾ। ਜਦੋਂ ਮਨੁੱਖ ਨੂੰ ਭੁੱਖ ਲੱਗੀ ਹੁੰਦੀ ਹੈ, ਉਹਨੂੰ ਕਦੀ ਇਹ ਨਹੀਂ ਦੱਸੀ ਜਾਂਦਾ ਕਿ ਰੋਟੀ ਇਸ ਤਰ੍ਹਾਂ ਖਾਣੀ ਹੈ, ਇੱਦਾਂ ਬੁਰਕੀ ਤੋੜਨੀ ਹੈ ਅਤੇ ਇਹ ਦਾਲ ਵਿੱਚ ਲਾ ਕੇ ਖਾਣੀ ਹੈ। ਉਹ ਆਪੇ ਸਿੱਖ ਜਾਂਦਾ, ਉਹਨੂੰ ਅੰਦਰ ਭੁੱਖ ਹੈ, ਉਹਨੂੰ ਪਤਾ ਹੈ ਮੈਂ ਕਿਸ ਤਰ੍ਹਾਂ ਚੀਜ਼ ਵਰਤਣੀ। ਪਿਆਸੇ ਆਦਮੀ ਨੂੰ ਕਦੀ ਨਹੀਂ ਸਿਖਾਲਣਾ ਪੈਂਦਾ ਕਿ ਗਲਾਸ ਵਿੱਚ ਪਾਣੀ ਪਾ ਲਾ ਅਤੇ ਪੀ ਲੈ। ਇਹ ਗੱਲਾਂ ਪਸ਼ੂਆਂ ਨੂੰ ਵੀ ਸਿਖਾਲਣੀਆਂ ਨਹੀਂ ਪੈਂਦੀਆਂ, ਜੀਵ ਜੰਤੂ ਹੋਰਨਾਂ ਨੂੰ ਵੀ ਸਿਖਾਲਣੀਆਂ ਨਹੀਂ ਪੈਂਦੀਆਂ।
ਜੇ ਇਹਦੀ ਲੋੜ ਬਣ ਜਾਂਦੀ ਹੈ, ਲੋੜ ਅੱਗੇ ਉਸੇ ਚੀਜ਼ ਦੀ ਪ੍ਰਾਪਤੀ ਵਾਸਤੇ ਆਪਣੇ ਆਪ ਹੀ ਰਸਤਾ ਲੱਭ ਲੈਂਦੀ ਹੈ। ਬਹੁਤ ਮਨੁੱਖ ਨੇ ਦੁਨੀਆ ਦੇ ਅੰਦਰ, ਗਿਣਤੀ ਕੋਈ ਨਹੀਂ, ਗਿਣਤੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨਹੀਂ ਲਿਖੀ ਅਤੇ ਗਿਣਤੀ ਕਿਸੇ ਵੇਦ ਸ਼ਾਸਤਰ ਵਿੱਚ ਵੀ ਨਹੀਂ ਲਿਖੀ, ਪਰ ਬਹੁਤ ਘੱਟ ਪੁਰਖ ਧਾਰਮਿਕ ਪੱਖ ਦੇ ਅੰਦਰ ਐਸੇ ਪੁਰਖ ਮਿਲਣਗੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਆ। ਜੇ ਕਿਸੇ ਦੇ ਅੰਦਰ ਨਾਮ ਦੀ ਇੱਛਾ ਨਹੀਂ ਵੀ ਬਣੀ ਹੈ ਤਾਂ ਉਹ ਸੰਸਾਰਕ ਇੱਛਾ ਦੀ ਵੀ ਉਹਦੀ ਮਨ ਦੀ ਭਾਵਨਾ ਹੈ ਕਿ ਗੁਰੂ ਕੋਲੋਂ ਮਿਲ ਜਾਣੀ ਹੈ, ਉੱਧਰੋਂ ਕਿਤੇ ਮਿਲਣੀ ਨਹੀਂ ਹੈ, ਉਹਦੇ ਵੀ ਵੱਡੇ ਭਾਗ ਹੈ। ਕਿਉਂਕਿ ਉਹਨੂੰ ਇਸ ਗੱਲ ਦੀ ਸੋਝੀ ਤਾਂ ਆ ਗਈ ਹੈ ਕਿ ਮੈਂ ਇਹ ਚੀਜ਼ ਮੈਨੂੰ ਰਾਜਿਆਂ ਤੋਂ ਵੀ ਨਹੀਂ ਮਿਲਣੀ ਅਤੇ ਉੱਧਰੋਂ ਵੀ ਕਿਤੇ ਨਹੀਂ ਮਿਲਣੀ। ਉਹ ਧਾਰਮਿਕ ਪੱਖ ਦੇ ਬੰਦਿਆਂ ਨੂੰ ਲੱਭਦਾ, ਭਾਵੇਂ ਸੰਸਾਰਕ ਵਸਤੂ ਵੀ ਲੈਣੀ ਹੋਵੇ। ਰਾਜੇ ਮਹਾਰਾਜੇ ਕਈ ਵਾਰੀ ਸਾਧੂ ਮਹਾਤਮਾ ਕੋ ਪੁੱਤਰਾਂ ਦੀ ਦਾਤ ਲੈਣ ਵਾਸਤੇ, ਸਰੀਰਾਂ ਦੇ ਕਸ਼ਟ ਮਿਟਾਉਣ ਵਾਸਤੇ ਬਹੁਤ ਐਸੀਆਂ ਚੀਜ਼ਾਂ ਜਿਹੜੀਆਂ ਰਾਜਿਆਂ ਕੋਲ ਵੀ ਨਹੀਂ ਹੁੰਦੀਆਂ ਸੀ, ਉਹ ਸਾਧੂਆਂ ਕੋਲ ਲੈਣ ਜਾਂਦੇ ਸੀ। ਫਿਰ ਵੀ ਵੱਡੇ ਭਾਗ ਨੇ ਜਿਹਨੂੰ ਇਸ ਗੱਲ ਦਾ ਗਿਆਨ ਹੈ ਕਿ ਇਹ ਚੀਜ਼ ਇੱਥੋਂ ਮਿਲ ਜਾਣੀ ਹੈ। ਇੱਕ ਬੰਦੇ ਨੂੰ ਪਤਾ ਹੀ ਨਹੀਂ ਹੈ ਸੋਨਾ ਮਿਲਦਾ ਕਿੱਥੋਂ ਆ, ਉਹ ਸਬਜ਼ੀ ਦੀ ਦੁਕਾਨ 'ਤੇ ਜਾ ਕੇ ਸੋਨਾ ਮੰਗਣ ਲੱਗ ਜਾਂਦਾ ਤਾਂ ਉਹਨੂੰ ਲੋਕ ਹੱਸਣ ਲੱਗ ਜਾਂਦੇ। ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਬਾਣੀ 'ਤੇ ਵਿਸ਼ਵਾਸ ਰੱਖਣ ਵਾਲੇ ਪੁਰਖ ਹੈ, ਜਿਹੜੇ ਗੁਰੂਆਂ ਪੀਰਾਂ ਅਵਤਾਰਾਂ ਮਹਾਂਪੁਰਖਾਂ 'ਤੇ ਵਿਸ਼ਵਾਸ ਰੱਖਣ ਵਾਲੇ ਪੁਰਖ ਹੈ, ਉਹ ਉਹਨਾਂ ਦੀ ਲਿਖੀ ਹੋਈ ਬਾਣੀ ਨੂੰ ਵੀ ਸੱਚਾ ਮੰਨਦੇ ਆ, ਉਹਨਾਂ ਦੇ ਮੂੰਹ 'ਚੋਂ ਨਿਕਲੇ ਹੋਏ ਬਚਨਾਂ ਨੂੰ ਵੀ ਸੱਚਾ ਮੰਨਦੇ ਆ। ਜਿਨ੍ਹਾਂ ਦੇ ਅੰਦਰ ਕਿਰਪਾ ਨਹੀਂ ਹੁੰਦੀ ਉਹ ਸੁਣ ਕੇ ਗੱਲ ਛੱਡ ਜਾਂਦੇ, ਉਹਨਾਂ ਨੂੰ ਵਿਸ਼ਵਾਸ ਨਹੀਂ ਵੱਜਦਾ ਕਿ ਇਹ ਚੀਜ਼ ਪਤਾ ਨਹੀਂ ਇੱਥੋਂ ਮਿਲਣੀ ਆ ਕਿ ਨਹੀਂ ਮਿਲਣੀ। ਕੁਝ ਚੀਜ਼ਾਂ ਬੜੀਆਂ ਦੁਰਲੱਭ ਨੇ ਦੁਨੀਆ ਦੇ ਅੰਦਰ। ਪਾਰਸ ਹੈ, ਪਾਰਸ ਇੱਕ ਪੱਥਰ ਹੈ। ਪਾਰਸ ਕਿਸੇ ਰਾਜੇ ਦੇ ਕੋਲ ਨਹੀਂ ਹੈ। 8 ਧਾਤਾਂ ਨੂੰ ਪਾਰਸ ਲੱਗ ਜਾਵੇ, ਸੋਨੇ ਦੇ ਵਿੱਚ ਬਦਲ ਦਿੰਦਾ ਉਹਨੂੰ, ਉਹਦੀ ਕੀਮਤ ਵਧਾ ਦਿੰਦਾ। ਪਰ ਪਾਰਸ ਕਿਸੇ ਨੂੰ ਇਹ ਨਹੀਂ ਪਤਾ ਵੀ ਲੱਭਣਾ ਕਿੱਥੋਂ ਹੈ। ਦੁਨੀਆ ਦੇ ਵਿੱਚ ਬੜੇ ਬੜੇ ਚਾਤਰ ਲੋਕ ਬੈਠੇ ਆ, ਸਾਇੰਸਦਾਨ ਬੈਠੇ ਆ, ਉਹਨਾਂ ਨੂੰ ਇਸ ਗੱਲ ਦਾ ਨਾ ਤਾਂ ਵੇਦ ਸ਼ਾਸਤਰ ਵਿੱਚੋਂ ਪਤਾ ਲੱਗਿਆ ਕਿੱਥੋਂ ਲੱਭਣਾ। ਜਿਹੜੇ ਧਾਰਮਿਕ ਪੱਖ ਵਿੱਚ ਪ੍ਰੇਮ ਕਰਦੇ ਆ ਉਹਨਾਂ ਨੂੰ ਤਾਂ ਪਤਾ ਹੈ ਵੀ ਚੀਜ਼ ਕਿੱਥੇ ਹੈ, ਉਹ ਗੁਰੂ ਦੇ ਕੋਲੋਂ ਉਹਨਾਂ ਨੂੰ ਇਹ ਸੋਝੀ ਮਿਲ ਜਾਂਦੀ ਹੈ। ਇੱਕ ਇਹ ਚੀਜ਼ ਬੜੀ ਕੀਮਤੀ ਹੈ, ਇੱਕ 52 ਚੰਦਨ ਹੈ ਲੱਕੜੀ, ਜਿਹੜਾ ਤੁਸੀਂ ਛੋਟਾ ਜਿਹਾ ਟੁਕੜਾ ਲੈ ਕੇ ਖੇਸੀ ਦੀ ਬੋਕਲ ਮਾਰ ਕੇ ਵਿੱਚ ਰੱਖ ਲਓ, ਆਲੇ ਦੁਆਲੇ ਉਹਦੀ ਹਵਾ ਨਾ ਨਿਕਲੇ ਅਤੇ ਤੁਹਾਡੀ ਸਾਰੀ ਬੁੱਕਲ ਵਿੱਚ ਮਹਿਕ ਖਿਲਰ ਜਾਂਦੀ ਹੈ। ਬਿਲਕੁਲ ਇੱਕ ਛੋਟਾ ਜਿਹਾ ਮਾਲਾ ਦਾ ਮਣਕਾ ਵੀ ਹੋਵੇ ਚੰਦਨ ਦਾ, ਅਸਲੀ ਚੰਦਨ ਦਾ, ਉਹਨੂੰ ਤੁਸੀਂ ਵਿੱਚ ਰੱਖ ਲਓ, ਉਹ ਇੰਨੀ ਸੁਗੰਧੀ ਖਿਲਾਰ ਦਿੰਦਾ ਕਿ ਤੁਹਾਨੂੰ ਪਤਾ ਨਹੀਂ ਲੱਗਦਾ ਵਾਸ਼ਨਾ ਆਉਂਦੀ ਕਿੱਥੋਂ ਹੈ। ਉਹ ਵੀ ਬੜੀ ਕੀਮਤੀ ਚੀਜ਼ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ। ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਵੀ ਕਿੱਥੋਂ, ਮੈਨੂੰ ਵੀ ਨਹੀਂ ਪਤਾ ਕਿੱਥੋਂ ਮਿਲਦਾ, ਤੁਹਾਨੂੰ ਵੀ ਨਹੀਂ ਪਤਾ ਕਿੱਥੋਂ ਮਿਲਦਾ। ਜੇ ਅਸੀਂ ਚੰਦਨ ਅਸਲੀ ਲਿਆਉਣਾ ਹੋਵੇ, ਦਰਖਤ ਵੱਢ ਕੇ ਲਿਆਉਣਾ ਹੋਵੇ, ਦੁਕਾਨਾਂ ਤੋਂ ਤਾਂ ਮਿਲ ਜਾਂਦਾ, ਪਤਾ ਨਹੀਂ ਨਕਲੀ ਆ ਕਿ ਅਸਲੀ ਹੈ, ਪਰ ਜਿੱਥੇ ਪੈਦਾ ਹੁੰਦਾ ਉਹਦਾ ਪਤਾ ਨਹੀਂ ਹੈ ਕਿੱਥੇ ਹੈ। ਇਹ ਦੁਰਲੱਭ ਚੀਜ਼ਾਂ ਹੈ। ਹੁਣ 4 ਪਦਾਰਥਾਂ ਦੇ ਅੰਦਰ ਸਾਰੀ ਦੁਨੀਆ ਨੂੰ 4ਾਂ ਦੀ ਜ਼ਰੂਰਤ ਹੈ, ਭਾਵੇਂ ਕਿਸੇ ਨੂੰ ਗਿਆਨ ਹੋਵੇ ਜਾਂ ਨਾ ਹੋਵੇ। 4 ਪਦਾਰਥਾਂ 'ਚ ਸਭ ਤੋਂ ਪਹਿਲਾਂ ਤਾਂ ਧਨ ਆਉਂਦਾ। ਧਨ ਹਰੇਕ ਬੰਦੇ ਦੀ ਇੱਛਾ ਹੈ, ਚਾਹੇ ਉਹ ਧਾਰਮਿਕ ਪੱਖ ਵਿੱਚ ਹੈ, ਚਾਹੇ ਉਹ ਨਾਸਤਿਕ ਪੱਖ ਦੇ ਅੰਦਰ ਹੈ। ਉਹ ਹਰੇਕ ਬੰਦੇ ਨੂੰ ਇਹ ਗੱਲ ਦਾ ਗਿਆਨ ਹੈ ਕਿ ਧਨ ਹੈ, ਧਨ ਲਿਆਈਏ ਕਿੱਥੋਂ। ਬੜੀ ਲੋਕਾਂ ਨੇ ਮਿਹਨਤ ਕੀਤੀ ਹੈ, ਕੋਈ ਸਾਰੀ ਦਿਹਾੜੀ ਪੱਥਰ ਪੁੱਟਦਾ ਹੈ, ਕੋਈ ਦਿਹਾੜੀ 200-300 ਰੁਪਈਏ 'ਤੇ ਕਰਦਾ, ਕੋਈ ਦੁਕਾਨ ਕਰਦਾ। ਉਹਨਾਂ ਨੂੰ ਇਹ ਪਤਾ ਮਿਹਨਤ ਕਰਕੇ ਪੈਸੇ ਮੈਨੂੰ ਮਿਲ ਜਾਣੇ ਹੈ, ਪਰ ਉਹ ਕੁਝ ਹੱਦ ਤੱਕ ਸੀਮਤ ਹੈ। ਇਹ ਕੁਝ ਚੀਜ਼ਾਂ ਨੇ, 4 ਚੀਜ਼ਾਂ 4 ਪਦਾਰਥਾਂ ਵਿੱਚ ਆਉਂਦੀਆਂ। ਇਹ ਚਾਰੇ ਕਿੱਥੋਂ ਮਿਲਣੀਆਂ ਉਹ ਗੁਰੂ ਨੇ ਦੱਸੀ ਗੱਲ।
ਜਿਹੜਾ ਵਿਸ਼ਵਾਸ ਕਰ ਲੂ ਉਹਨੂੰ ਮਿਲ ਜਾਊਗੀਆਂ। ਇੱਕ ਦੇ ਕੋਲ ਧਨ ਤਾਂ ਹੈ ਪਰ ਉਹਦੀ ਸੰਤੁਸ਼ਟੀ ਨਹੀਂ ਹੈ, ਉਹਦੀਆਂ ਸੰਸਾਰਕ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਮਿਸਾਲ ਦੇ ਤੌਰ 'ਤੇ ਦਿਹਾੜੀਦਾਰ ਹੈ, 300 ਰੁਪਈਆ ਲਿਆਇਆ ਅਤੇ ਉਹਦੇ ਨੇ ਚਾਹ ਪਾਣੀ ਰੋਟੀ ਬਣਾ ਕੇ ਤਕਰੀਬਨ ਜੇ ਬਾਕੀ ਲੋਕਾਂ ਵਾਂਗਰ ਲੋੜਾਂ ਪੂਰਤੀਆਂ ਕਰਨੀਆਂ ਚਾਹੇ ਤਾਂ ਨਹੀਂ ਹੁੰਦੀਆਂ ਉਹਦੀਆਂ। ਕਈ ਅਮੀਰਾਂ ਕੋਲ ਇਹ ਹੈਗੀਆਂ ਨੇ, ਆਪਣੇ ਤੋਂ ਲੋੜ ਵਾਧੂ ਤੋਂ ਚੀਜ਼ਾਂ ਪਈਆਂ ਨੇ, ਉਹਨਾਂ ਨੂੰ ਡਾਕਟਰਾਂ ਨੇ ਬੰਦ ਕੀਤੀਆਂ ਹੋਈਆਂ ਵੀ ਤੁਸੀਂ ਇਹ ਚੀਜ਼ ਨਹੀਂ ਖਾਣੀ, ਤੁਸੀਂ ਇਹ ਨਹੀਂ ਖਾਣੀ, ਤੁਸੀਂ ਇਹ ਨਹੀਂ ਕਰਨਾ, ਇਹ ਨਹੀਂ ਕਰਨਾ। ਉਹਨਾਂ ਨੇ ਬੰਦ ਕਰ ਦਿੱਤਾ। ਮਿਲ ਵੀ ਜਾਣ ਅਤੇ ਪਚ ਵੀ ਜਾਣ, ਫਾਇਦਾ ਤਾਂ ਹੀ ਹੈ। ਧਨ ਕੋਲ ਹੋਵੇ, ਵਰਤਣ ਦਾ ਹੁਕਮ ਨਾ ਹੋਵੇ, ਉਹਦਾ ਵੀ ਫਾਇਦਾ ਨਹੀਂ ਹੈ। ਇਹ ਦੋ ਚੀਜ਼ਾਂ ਨੇ। ਸਭ ਤੋਂ ਵੱਡਾ ਇਹਨਾਂ 'ਚੋਂ ਧਰਮ ਹੈ। ਕਈਆਂ ਕੋਲ ਧਰਮ ਹੈ ਅਤੇ ਉਹਦੇ ਕੋਲ 3 ਆਪੇ ਆ ਜਾਂਦੀਆਂ। ਪਿਛਲੀਆਂ 4 ਹੈ, ਵੈਸੇ 4 ਪਦਾਰਥ ਲਿਖੇ ਆ। ਪਦਾਰਥ ਨਾਮ ਨੂੰ ਵੀ ਪਦਾਰਥ ਲਿਖਿਆ, ਨਾਮ ਪਦਾਰਥ ਪਾਏ ਕਿ ਕਬੀਰਾ ਗਾਂਠ ਨਾ ਖੋਲ। ਪਦਾਰਥ ਜਿਹੜੇ ਆਪਾਂ ਭੋਜਨ ਛਕਦੇ ਉਹਨੂੰ ਵੀ ਪਦਾਰਥ ਲਿਖਿਆ, ਅਤੇ ਤਕਰੀਬਨ ਪਦਾਰਥ ਜਨਮ ਨੂੰ ਵੀ ਪਦਾਰਥ ਲਿਖਿਆ। ਨਾਮ ਧਿਆਨ ਦਾ ਸਾਜਨਾ ਜਨਮ ਪਦਾਰਥ ਜੀਤ, ਜਨਮ ਵੀ ਇੱਕ ਪਦਾਰਥ ਹੈ। ਅਤੇ ਤਕਰੀਬਨ ਇਹ 4 ਚੀਜ਼ਾਂ 4 ਪਦਾਰਥ ਹੈ। ਉਹਨਾਂ ਸਭ ਤੋਂ ਵੱਡਾ ਧਰਮ ਹੈ, ਉਹ ਤੁਹਾਨੂੰ ਸਾਰਿਆਂ ਨੂੰ ਮਿਲਿਆ ਜਿੰਨੇ ਤੁਸੀਂ ਬੈਠੇ ਹੋ ਸਕਦਾ ਬਾਹਰ ਜਿਹੜੇ ਲੋਕ ਹੋਣਗੇ ਉਹਨਾਂ ਕੋਲ ਵੀ ਹੋਊਗਾ, ਪਰ ਉਹਨਾਂ ਨੇ ਇਸ ਗੱਲ ਦਾ ਗਿਆਨ ਨਹੀਂ ਹੈ ਕਿ ਮੈਨੂੰ ਬਾਕੀ ਚੀਜ਼ਾਂ ਕਿੱਥੋਂ ਮਿਲਣੀਆਂ। ਉਹਨੇ ਆਪਣਾ ਜ਼ੋਰ ਲਾਉਣਾ ਸ਼ੁਰੂ ਕੀਤਾ ਹੋਇਆ। ਉਹ ਇਹ 4 ਚੀਜ਼ਾਂ ਧਰਮ, ਅਰਥ ਅਤੇ ਕਾਮ ਅਤੇ ਮੋਕਸ਼, ਇਹ 4 ਚੀਜ਼ਾਂ ਦੀ ਪ੍ਰਾਪਤੀ ਕਰਨੀ ਆ। ਅਤੇ ਜਿਹਦੇ ਕੋਲ ਧਰਮ ਹੈ 3 ਚੀਜ਼ਾਂ ਪਿੱਛੇ ਉਹਦੇ ਆਪੇ ਆ ਜਾਣੀਆਂ। ਅਰਥ ਕਹਿੰਦੇ ਨੇ ਧਨ ਨੂੰ। ਧਨ ਜੇ ਬੰਦਾ, ਕਈਆਂ ਦੇ ਕਾਰੋਬਾਰ ਚੱਲਦੇ ਨਹੀਂ ਆ, ਦੁਕਾਨ ਹੈ ਚੱਲਦੀ ਨਹੀਂ ਆ, ਕਈਆਂ ਦੀ ਖੇਤੀ ਫੇਲ ਹੈ, ਕਈਆਂ ਦੀ ਦੁਕਾਨ ਫੇਲ ਹੈ। ਉਸ ਕਾਰੋਬਾਰ ਨੂੰ ਚਲਾਉਣਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ, ਜਿਨ੍ਹਾਂ ਦੇ ਤੁਸੀਂ ਚਰਨਾਂ ਵਿੱਚ ਬੈਠੇ ਆ। ਮਹਾਰਾਜ ਧਨ ਪੂਰਾ ਨਹੀਂ ਹੁੰਦਾ ਜੀ, ਕਿੱਦਾਂ ਕਰੀਏ, ਇਹਦੀ ਪੂਰਤੀ ਕਿੱਦਾਂ ਕਰੀਏ? ਉਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਤਾਂ ਤੇਰੇ ਪਿੱਛੇ ਤੁਰ ਪਊਗਾ, ਤੂੰ ਮੇਰਾ ਕਿਹਾ ਮੰਨ ਲਾ। ਉਹ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਇਹ ਵਿਚਾਰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੈ। ਇਹਦਾ ਮੈਂ ਵਿਖਿਆਨ ਫਿਰ ਮੋਹਰੇ ਕਰ ਦਿੰਦਾ, ਤੁਹਾਨੂੰ ਦੱਸ ਦੇਣਾ ਇਹਦਾ। ਇਹ ਦੂਜੇ ਨੰਬਰ 'ਤੇ ਅਰਥ ਹੈ, ਤੀਜੇ ਨੰਬਰ 'ਤੇ ਕਾਮ ਹੈ। ਇੱਕ ਤਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਉਹ ਕਾਮ ਨਹੀਂ ਹੈ, ਉਹ ਕਾਮ ਹੈ ਕਾਮਨਾ, ਇੱਛਾ। ਕਈ ਵਾਰੀ ਧਨ ਵਾਲੇ ਦੀ ਵੀ ਇੱਛਾ ਪੂਰੀ ਨਹੀਂ ਹੁੰਦੀ, ਰਾਜੇ ਦੀ ਇੱਛਾ ਕਈ ਵਾਰ ਪੂਰੀ ਨਹੀਂ ਹੁੰਦੀ। ਉਹਦੇ ਕੋਲ ਸਾਰਾ ਕੁਛ ਹੁੰਦਾ, ਇੱਛਾ ਨਹੀਂ, ਸਾਰੀਆਂ ਨਹੀਂ ਪੂਰੀਆਂ ਹੁੰਦੀਆਂ। ਅਤੇ ਕਈ ਨਾਮ ਜਪਣ ਵਾਲਿਆਂ ਕੋਲ ਵੀ ਕੁਛ ਕਮੀ ਰਹਿ ਜਾਂਦੀ ਹੈ, ਉਹਨਾਂ ਦੀਆਂ ਵੀ ਇੱਛਾ ਸਾਰੀਆਂ ਪੂਰੀਆਂ ਨਹੀਂ ਹੁੰਦੀਆਂ। ਉਹ ਵੀ ਪਿੰਡਾਂ 'ਚ ਤੁਰੇ ਫਿਰਦੇ ਆ ਕਈ। ਸਾਡਾ ਮਹਿਕਮਾ ਇਹਦਾ ਮਤਲਬ ਨਹੀਂ ਪੂਰਤੀ ਕਰਕੇ ਤੁਰੇ ਫਿਰਦੇ ਸੀ, ਉਹਨਾਂ ਕੋਲ ਧਰਮ ਹੈ ਨਹੀਂ ਸੀ, ਉਹਨਾਂ ਨੂੰ ਧਨ ਦੀ ਕਮੀ ਸੀ, ਉਹ ਧਨ ਲੋਕਾਂ ਕੋਲ ਲੱਭਣ ਚਲੇ ਗਏ। ਉਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ। ਕਾਮਨਾ ਹੁੰਦੀ ਹੈ ਕੋਈ ਸੰਸਾਰਕ ਇੱਛਾ ਫੁਰ ਜਾਣੀ ਔਰ ਉਹ ਪੂਰੀ ਨਾ ਹੋਣੀ। ਉਹ ਕਹਿੰਦੇ ਵੀ ਇੱਛਾ ਵਿੱਚ ਹੀ ਲੈ ਕੇ ਮਰ ਗਿਆ। ਉਹ ਤਾਂ ਉਹਦੇ ਮਨ ਦੀ ਭਾਵਨਾ ਸੀ, ਮੈਂ ਇਹ ਕੰਮ ਕਰਨਾ ਸੀ, ਕਰ ਨਹੀਂ ਸਕਿਆ। ਉਹਨੂੰ ਕਹਿੰਦੇ ਕਾਮਨਾ। ਮਨ ਕਾਮਨਾ ਤੀਰਥ ਦੇ ਛੁੱਟੇ, ਗਰਭ ਗਮਾਨ ਨਾ ਮਨ ਤੇ ਹੁਟੈ, ਸੋਚ ਕਰੇ ਦਿਨ ਸਵਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਹ ਹੈ ਕਾਮ, ਕਾਮਨਾ। ਵੀ ਕਾਮਨਾ ਕਿੱਥੋਂ ਪੂਰੀ ਹੋਣੀ ਹੈ? ਧਨ ਕਿੱਥੋਂ ਮਿਲਣਾ? ਕਾਮਨਾ ਕਿੱਥੋਂ ਮਿਲਣੀ? ਅੱਗੇ ਹੈ ਮੋਕਸ਼। ਕਈ ਵਾਰੀ ਬੰਦਾ ਸਮੁੰਦਰ 'ਚੋਂ ਚੀਜ਼ ਕੱਢਣਗੇ, ਮੱਛੀਆਂ ਫੜਨਗੇ, ਆਪੇ ਡੁੱਬ ਜਾਂਦਾ। ਗਿਆ ਤਾਂ ਉਹ ਧਨ ਦੀ ਪ੍ਰਾਪਤੀ ਨੂੰ ਸੀ, ਉੱਥੇ ਬੇੜੀ ਡੁੱਬ ਗਈ, ਬਹਿ ਗਿਆ। ਕਈ ਵਾਰ ਬੰਦਾ ਕਾਰੋਬਾਰ ਕਰਦਾ ਕਰਦਾ ਐਸਾ ਅਲਝ ਜਾਂਦਾ, ਕਈ ਵਾਰੀ ਉਹ ਆਤਮ ਹੱਤਿਆ ਹੀ ਕਰ ਲੈਂਦਾ, ਉਹਨੂੰ ਕੰਮ ਨਹੀਂ, ਸਿਰੇ ਨਹੀਂ ਲੱਗਦਾ। ਮੋਕਸ਼ ਹੁੰਦਾ ਵੀ ਕਿਸੇ ਚੀਜ਼ ਤੋਂ ਮੁਕਤ ਵੀ ਰਹਿਣਾ, ਜਦੋਂ ਮਰਜ਼ੀ ਵਿੱਚੋਂ ਨਿਕਲ ਜਾਈਏ, ਜਦੋਂ ਮਰਜ਼ੀ ਵਿੱਚ ਵੜ ਜਾਈਏ। ਚਿੱਕੜ ਹੈ, ਚਿੱਕੜ ਵਿੱਚ ਵੜ ਜਾਵੇ। ਕਈ ਵਾਰੀ ਮਾੜਾ ਬੰਦਾ ਚਿੱਕੜ 'ਚੋਂ ਨਿਕਲ ਨਹੀਂ ਸਕਦਾ। ਤੁਸੀਂ ਦੇਖਿਆ ਹੋਣਾ ਜਿਹੜੇ ਦਰਿਆਵਾਂ ਦੇ ਕੰਢੇ 'ਤੇ ਬੈਠੇ ਆ,
उन्होंने जद असीं दरिया के पानी के नेड़े जाइए ना, उत्थे वो धरती ऐदा ऐदा हिलदी है, ऐदा ऐदा इत्थों पैर रखो उत्थे तक हिलदी है, उन्होंने कहते दल दल। ਉਹਦੇ ਵਿੱਚ ਖੱਬਿਆ ਮਨੁੱਖ नहीं निकल सकता, जिन्ना जोर लाऊगा उन्ना ही ਵਿੱਚ ਖੁੱਬਦਾ चल जूगा। इस स्थान ते महान सेवादार बाबा गुरबख्श सिंह जी, उन्होंने एक बार ये सवाल संगत नाल कीता सी, जिन्हां नाल कीता सी तो उन्होंने सानू सुनाया, उन्होंने स्टेज ते सुनाया। वो कहते भी दलदल विचों बंदा निकल नहीं सकता, अपने की जोर ला के नहीं निकल सकता, भावें सारा जोर ला लवे, क्योंकि एक पैर नूं जद कड्ढना दूजे नूं जोर नाल दबांगे तां ही कड्ढांगे, वो दूजा ज़्यादा खुभ जाना। वो जद निकलने ज़्यादा जोर लाउणा, जिहड़े पैर ते भार दे के एक नूं कड्ढना वो दूजा ज़्यादा खुभ जांदा। वो बाबा गुरबख्श सिंह कहते भी दलदल च बंदिया खुबिया निकल नहीं सकता। वो कहते असी पूछया जी महाराज फिर वो निकले किदां, फिर उसका तरीका दस दिओ। नहीं बाबा गुरबख्श सिंह जी कहते फिर वह तरीका कोई नहीं है, वह एको ही तरीका है, दलदल दे विच बंदा लम्मा पै जाए, जोर ना लावे, लम्मा पै जाए, लम्मा पै के खुबना नहीं है, खड़े ने खुब जाना, इक्को थां ते जोर पैना, लम्मा पिया सीधा पिया खुबना नहीं है। कहते लम्मा पै जाए, बाहर जिहड़ा सुके थां ते खड़ा होवे उहनूं मिहनत करे, बेनती करे कि भरावा मैनूं कढ ला, मेरे ते निकल नहीं होना। ओड़ा सुके थां ते बंदा खड़ा वो आके खिच के लै जाए तो लै जाए, कहते आप नहीं निकल सकता। इनू कहते मोक्ष, मुक्ति। संसार एक दलदल है, तित सरवरड़े भई ले निवासा, पानी पावक तिन्ह किया, पंकज मोह पग नहीं चाले, हम देखा तय डूबिए दे। डुबदे ही चले गए, विचों निकले नहीं, अगे तो अगे फसदे ही चले गए, फसदे ही चले गए। बहुत धार्मिक हिंदू ग्रंथों के कथावां ने, जे मैं सुनाउण लग्या तो बड़ा लम्मा उहदा जिक्र चल जूगा। तो उन्हां दे विच बंदे नूं जदों माया खिलरदी है, इहनूं पता नहीं लगता मैं खुब गया कि निकल गया। जो कोई ज़्यादा पैसे आउंदा वो कहंदा रब की बहुत खुशी है, जिहड़ी तंदुरुस्ती है उहनूं भी हौमे चढ़ी, वो कहंदा रब की खुशी है। रब की खुशी उन्हां बंदियां ते है, गुरु ग्रंथ साहिब 'च लिखिआ। इहनूं साधु की संगत है, रब उते खुश है, जिहड़ा साधु तो नाराज़ है रब उते भी नाराज़ है। तुसीं सारे बैठे हो, तुहाडे विच धीआं पुत्त तुहाडे बहुतिआं दे किसे दे होणे, किसे दे नहीं भी होणगे। जद किसी के धी पुत्त नूं चक्को, उहदे माँ प्यो खुश हो जाते हैं, उहनूं तुसीं सत्कार करो, उहनूं कोई चीज़ दिओ, उहदे माँ प्यो खुश होंदे, मेरे मुंडे नूं दिंदा है। जद रब दे उहदे मुंडे दा नरादर करो, उहदे सामने थप्पड़ मारो, उहनूं गालां कड्ढो, माँ प्यो नाराज़ हो जाते। पंजवें पातशाह कहंदे परमेश्वर की खुशी उहदे ते है, साध संग नानक प्रभ सो प्रसन्न। जिन्हों साधु की संगत मिली, रब की खुशी समझो। ये चार चीज़ां मुक्ति, मुक्ति वालियां दे भी दसे लक्षण भी, जिहड़े मुक्त है उन्हां विच यह लक्षण है। धन की पदार्थी प्राप्ति वास्ते गुरु अमरदास महाराज ने कहा, बहुत सारे किसी ने किसी महापुरख तो नाम लिया, किसी ने किसी तो लिया, किसी ने कुछ दसिया, किसी ने कुछ दसिया, सारे ठीक ने। उन्हीं गुरु अमरदास महाराज ने नहीं कहा भी यह शब्द ते लेवल आवे, उन्हें नहीं कहा। गुरु नानक साहब ने भी शब्द की गल की है, ये नहीं दसिया भी यह शब्द जपो। शब्द जिहड़ा गुरु दस देवे, वो जो गुरु ने दस दिता शब्द। बहुत सारे झगड़ा करते हैं, मूल मंत्र इत्थे ते जपना, इत्थे ते नहीं जपना, इत्थे ते नहीं जपना, यह ठीक है, ठीक है। जिथे तक महापुरुष ने गुरु ने सबक देता उत्थे तक ठीक है। बिन शब्दे जग बौरानम, इत्थे नहीं लिखा किहड़े धर्म का शब्द है, किहड़ा शब्द है। गुरु अमरदास महाराज ने यह नहीं लिखा भी जिहड़ा शब्द गुरु नानक साहब ने लिखा उत्ते लिव लाओ, उन्हें शब्द की गल की है। या तो दसो भी लिखा होवे
जो साडे गुरुआं ने शब्द कहा वो जपो। गुरु अमरदास महाराज ने तीजे पातशाह जी महाराज सेवा दे पुंज ये बचन उन्होंने लिखिया। गरीब परिवार सी उन्होंने जेड़े बाबा जेठा जी बहुत ज़्यादा गरीब सी ते उन्हां दी गरीबी फिर गुरु अमरदास महाराज ने देखो अज दुनिया जानती है, दसण की जरूरत नहीं। गुरु अमरदास महाराज कहते ब्रह्म बिंदै तिसदा ब्रह मत रहे। बिंदना हुंदा किसी नूं परमेश्वर नूं उहदे नाल जुड़ना। बिंदु एक बिंदु टारगेट लाता भी उहदे नाल जुड़ जाना। ब्रह्म नूं बिंद एक बिंद तां कहंदे जे तो पैदा होया, जे तो पैदा होया जे उहदे नाल जुड़ जावे। ब्रह्म बिंद है, जिहने ब्रह्म नूं बिंदिया उहदा मत रहिंदी दुनिया तक चलिया। एक शब्द लिब लाए नव निधि 18 सिद्धि पिछे लगियां फिरे। 9 निधां 18 सिद्धियां धन दौलत उहदे पिछे तुरी फिरदी है। उहनूं लभण की जरूरत नहीं, उहदे पिछे तुरी फिरदी है। जो हर हिरदे सदा बसाए। मारो निगाह हिरदे च नाम नहीं बसदा, होर चीज़ां बैठियां। वो तो जिन्ना चिर तुसीं नितनेम करदे उन्ना चिर भी प्रवान नहीं है। साडे दुआबे दे विच संत बाबा हरनाम सिंह जी होए आ खेड़े वाले। उन्हां नूं किसी प्रेमी ने पुछया सी ये महापुरुषां दे बचन उन्हां दे विचों बहुत चीज़ां मिल जांदियां। वो कहंदे जी महाराज बाणी बड़ी पढ़ते हैं जी, मूल मंत्र का जाप भी करते, सुखमनी साहब जपजी साहब करते हैं। ये महाराज मन के अंदर जो शांति आनी चाहिए, जो गुरबाणी ने लिखी है वो आउंदी नहीं है। गुरबाणी का सच है, जो गुरबाणी ने लिखा कि यह चीज़ तेन मिलूगी वो मिलती ही नहीं है। कहंदे की करदा हुन्ना? कहंदा जी मैं सुखमनी साहब का पाठ करदा, जपजी साहब का मूल मंत्र माला फेरदा हुन्ना। दसी गया जो कुछ भी करदा होगा दसिया उन्हें। महापुरुष कहंदे माला एको ही फेरनी आ, तेरा मन टिक जूगा। एको ही फेरनी, एको ही माला फेरनी बस। दसो जी। कहंदे उन्हें माला फड़ाती, कहंदे इत्थों फड़ ला। मूल मंत्र दस दिता, एक ओंकार सतनाम करता पुरख निरभउ निर्वैर अकाल। सारा मूल मंत्र दस के कहंदे फिर मणका छड्ड देना, फिर दूजा फड़ लेना, फिर दूजा छड्ड देना, फिर तीजा फड़ लेना। एक चेता रखी बई मूल मंत्र दे विच ध्यान रखी, जे मन इधर उधर चले गया ना, मणका पहले तो फड़ ली, फिर छड्डे आई उत्थे, उत्थों छड्ड दी। या पैरे तिलक गया फिर पिछे फिर आ उत्थों। कहंदे जिथे तेरा मन इधर उधर चले गया तू उत्थों छड्ड दी, मणका पहले तो फिर फड़ ली। उन्हें बचन मन लिया, सवेर नूं बह गया। एक ओंकार सतनाम करता पुरख। संसारी लोगों के अंदर समस्या की तो गिणती कोई नहीं है। जे समस्या की गिणती करन लगी मेरा ख्याल नहीं, वो एक निकलती दूजी खड़ी है, दूजी निकलती तीजी खड़ी है। मूँह चो दाड़ कढ़ा लईए, जीभ मुड़ मुड़ उत्थे नूं जांदी है, रोक लो भावें जांदी उत्थे नूं ही आ। बंदे की समस्या फसी होवे, खुदा बचाए इन तीनों से, पुलिस वकील हकीमों से। इन्हां नाल बाह पै जावे, मुड़ मुड़ उत्थे नूं जांदा ध्यान। इन्हां नाल बाह पै जावे, सवेर नूं भी ध्यान उत्थे ही रहिंदा। वो भाई एक गुरमुख उठे, वो कलयुग परले खूंजे बहुत रौला, माड़ा जिहा मुंडा उठो, एक माड़ा ध्यान रखिया करो, ਉਹਦੇ नचन लगे। वो इन्हों बाहर कढ़ दिओ जां ला दिओ 2-4, फिर मुड़ के बह जाणगे। तू कह बाहर जाके नच लो पार्कों च। वो इन्हें मावां भी नहीं इन्होंने रोकदियां, लिया के कलयुग नूं खड़ा कर दिंदियां अंदर। उन्होंने माला फड़ ली जी, सवेर नूं 5-7 मण के फेरे, मन खेतों में चले गया, फिर पहले ते आ गया, फिर थोड़ा जा होर जोर ला के रोकया उन्होंने, फिर जब अध च गया फिर पिछे नूं आ गया। शाम तक लगा रहा, सिरे माला नहीं लगी। शाम तक कहंदा महाराज ये तो एक भी नहीं फिरी। कहंदे तेरी एको ही प्रवान नहीं हुंदी।
तेरी इक्को ही प्रवान नहीं हुंदी। तू करी जाना, लिखत विच नहीं है, करी जाना, लिखत विच नहीं है। जिद्दां एक मक्खी गड्डी दे पहिए ते बह जावे तो गड्डी तो भावें हज़ारां मील कढ़ दे, मक्खी ने थोड़ो कढ़ लिया, मक्खी उहदे नाल घूमी जांदी, उहदे उत्ते ही बैठी है। वो जे मक्खी कह दे इन्ने 1000 किलोमीटर मैं तय कर लिया सफ़र, उहदा उत्ते ही बैठी है, चक्के घूम गए। ਇਹਦੇ मन की रफ्तार इन्नी है, वो घूमी जाती, वो घूमी जाती है। जिहड़ा वो सुरत मन की सी, वो टका विच उत्थे ही खड़ी रही, वो गाहां गई नहीं, वो उत्थे ही खड़ी है। वो कहंदा मैं इन्ने पाठ कर लिया, कहंदे उत्थे खड़ा। बाबा हरनाम सिंह जी पुचों वाले, उन्होंने भी एक बार एक प्रेमी ने ये गल पूछी, कहंदे बाबा जी असी चौंकड़ी मार के बहने बह नहीं हुंदा, अद्धा घंटा घंटा बड़ी कोशिश करके बैठी दा, तुसी सारी दिहाड़ी नहीं उठते, तुसी सारी दिहाड़ी चौंकड़ी मार के तुसी हिलदे नहीं है, तुसी थकदे नहीं है। वो कहंदे कल नूं आ जी, मैं जिद्दां तैनूं दसूंगा तू भी कर ली, ये थक गया तो उठ खड़ी। वो दूए दिन सवेरे आ गया, बाबा जी इन्होंने मंत्र दसिया, कहंदे इत्थे बह जा, या तेरा जी करूगा उठ खड़ी। वो सवेर में बह गया, शाम को सूरज छिप गया, उठिया ही ना। उन्होंने हिला के ठा लिया, कहंदे उठ सूरज छिप गया, कहंदा महाराज पता ही नहीं लग्या जी। कहंदे इदां नहीं पता लगता जुगती तो बिना। ये जुगती महात्मा लोगों तो मिलती है, अपने आप नहीं मिलती, भावें सारा जिंदगी ला दे। तो फिर धर्म अर्थ, जिहदे को धर्म है उहदे को धन भी, जिहदे को धर्म है उहदे को धन भी है। वो बखरी गल है। भगवान कृष्ण महाराज ने एक वचन लिखिया अपनी गीता विच, उन्हें कहा हे अर्जन, जो प्राणी मेरे नाम का सिमरन करते हैं परालब्ध अनुसार उन्हां दे कोल भावें माया घट होवे, कईयां दी परालब्ध च घट हुंदी है, पर मैं उनका कोई काम रोकने नहीं देता। कभी गरीबां दे काम रोकते देखे जिहड़े परमेश्वर नूं मनदे आ, कहते उनका मैं कोई काम रोकने नहीं देता, सभी कार्य मैं उनके कर देता हूँ। जिहड़ा धर्म है, धर्म दे विच प्रपक्क है, धन उहदे पिछे आपे ही तुरिया फिरदा, उहनूं धन लभण की जरूरत नहीं, धन उहनूं लभदा फिरदा, वो उहदी परवाह नहीं करदा, उहदे पिछे तुरिया फिरदा। तुसीं दूर की जाना। कई जानवर ऐसे है, मोर है, एक साडे कोल इत्थे काटो गलहरी आउंदी है, वो जद उहनूं भुख लगदी साडे कोल आ जांदी है। साडे मुंडे भी उत्थे उन्होंने तोड़ के बेसन बर्फी रख दी जी, साढ़े हत्थों तो आके खा जाती है। उन्होंने विश्वास है भी नहीं मैनू कुछ कहना नहीं। तुसी किसी चीज़ को गौह करके थोड़े अंदरों मन की जो भावना बिगड़ती है, मोहरे वाले के नाल ही बिगड़ी है, वो भी उही है, तुहाडे विच भी उही है। जो इधरों टैलीफोन खराब हो गया, वह भी नाले खराब हो गया। जो वो मन के अंदरों चले गए भी मैनू कुछ कहना नहीं, तो फिर जेड़े माया कट्ठी करते उन्होंने गुरु ग्रंथ साहिब जी ने ज्ञान दिता। जरूरी है, माया तो बिना भी सरदा नहीं है दुनिया में। ये नहीं, मैं कभी नहीं कहता ना माया सानू तो लभी ही नहीं है, सानू तो नहीं लभी। महापुरुषों का बचन छुट गया सी, उन्होंने बचन नाल ही मुड़ के लभी है, सानू नहीं लभी। ऐ तो जी मैनू चाढ़दी तुहाडी है माया या उन्हों है, मैं तो इनू अपनी समझदा नहीं है। ये भी जरूरी है। कहते धन उन्होंने पुरुषों को मिलता जोड़े गुरु के नाल जुड़ते हैं। जदों गौह करके ये मगर तुरते हैं फिर नहीं हथ आता। गौह करके तो तुसी किसी जानवर को फड़ लो, वो नहीं हथ आता। किसी जानवर के मगर नठ पाओ, नहीं हथ आता। तो जे उन्होंने तुसी प्रेम करो धन नूं, फिर नाल भी नहीं जाता भी नाल चल जाए साडी दरगाह नूं लै जाइए। तो गुरु ग्रंथ साहिब जी का वचन है, गौ कर पकड़ी आई ना हाथ, प्रीत करी चाली नहीं साथ, कहो नानक जब त्याग दई तब सरनी आए पई। या थोड़े अंदर उन्होंने फड़न की भावना खत्म हो गई, थोड़े कोल आके खड़ गई। एक तो गल ये है, जिहड़े धन की लोड़ इच्छा रखते हैं वो ठीक है, उन्होंने काम तो करना ही पऊगा, पर वो अंदरों इच्छा गवा के रब दे नाल जुड़े हो। बाणी पढ़े, अपना नितनेम ना गवावे, चेते रब नूं ज़्यादा रखे, धन नूं घट रखे, क्योंकि अंदरों निकलदा तो है नहीं, जिन्हों कमी हुंदी नहीं निकलदा।
ਧਰਮ ਅਰਥ ਤੇ ਕਾਮ ਇੱਛਾ ਇੱਛਾ ਪੂਰਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਬਸ ਹੈ ਕਾਮ ਤੇ ਨਾ। ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਬੇਮੌਸਮਾ ਫਲ ਲਿਆ ਕੇ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਦੇ ਦਿੱਤਾ ਸੀ। ਬੇਮੌਸਮਾ ਫਲ, ਉਹਨੇ ਕਿਹਾ ਮਹਾਰਾਜ ਆਹ ਫਲ ਲਿਆਓ ਜਿਹੜਾ ਇੱਥੇ ਹੈ ਨਹੀਂ ਸੀ, ਕਿਸੇ ਦੂਸਰੇ ਮੁਲਕ ਵਿੱਚ ਸੀ। ਉਹਨਾਂ ਨੇ ਉਸ ਵੇਲੇ ਕਲਾ ਵਰਤਾਈ, ਬੇਮੌਸਮਾ ਫੁੱਲ ਲਿਆ ਕੇ ਰੱਖ ਦਿੱਤਾ। ਉਹਨੇ ਕਿਹਾ ਮਹਾਰਾਜ ਮੇਰੀ ਦਾੜੀ ਚਿੱਟੀ ਹੈ ਜੀ, ਇਹਨੂੰ ਕਾਲੀ ਕਰ ਦਿਓ। ਕਹਿੰਦੇ ਹੁਣੇ ਕਰ ਦਿੰਦੇ। ਰਾਮ ਰਾਏ ਜੀ ਨੇ ਦਾੜੀ ਕਾਲੀ ਕਰਤੀ। ਔਰੰਗਜ਼ੇਬ ਦੀ ਦਾੜੀ ਚਿੱਟੀ ਤੋਂ ਬਿਲਕੁਲ ਕਾਲੀ ਹੋ ਗਈ। ਕਹਿੰਦੇ ਸਦਾ ਨਹੀਂ ਰਹਿਣੀ, 1 ਸਾਲ ਰਹੂਗੀ ਇਹ। 1 ਸਾਲ ਔਰੰਗਜ਼ੇਬ ਦੀ ਦਾੜੀ ਕਾਲੀ ਰਹੀ। ਹੋਰ ਕਿਤਿਓਂ ਵੀ ਸੈਂਸ ਕਰ ਨਹੀਂ ਸਕਦੀ ਸੀ ਇਹ। ਉੱਥੋਂ ਇੱਛਾ ਪੂਰੀ ਹੋ ਗਈ। ਉਹਨੇ ਕਿਹਾ ਮਹਾਰਾਜ ਚੰਦਰਮਾ ਵੀ 2 ਹੋ ਸਕਦੇ? ਕਹਿੰਦੇ ਹੋ ਸਕਦੇ। ਰਾਤ ਨੂੰ ਔਰੰਗਜ਼ੇਬ ਨੂੰ 2 ਚੰਦਰਮਾ ਆਕਾਸ਼ ਦੇ ਵਿੱਚ ਚੜ੍ਹੇ ਹੋਏ ਦਿਖਾਤੇ। ਫਿਰ ਕੁਛ ਬੰਦਿਆਂ ਨੇ ਰਾਮ ਰਾਏ ਜੀ ਨੂੰ ਇੱਕ ਖੂਹ ਦੇ ਉੱਤੇ ਚਾਦਰ ਪਾ ਕੇ ਮਾੜੀ ਜਿਹੀ ਟਿਕਾ ਕੇ ਬਹਾ ਦਿੱਤਾ ਤੇ ਉਹ ਵਿੱਚ ਨਹੀਂ ਡਿੱਗੇ। ਉਹ ਜਿਸ ਬੰਦੇ ਦੇ ਕੋਲ ਧਰਮ ਹੈ, ਜਿਹਦੇ ਕੋਲ ਸਾਰਾ ਕੁਛ, ਉਹਦੀਆਂ ਇੱਛਾ ਵੀ ਪੂਰਨ ਹੈ, ਕਿਉਂਕਿ ਰੱਬ ਨਾਲ ਜੁੜਿਆ। ਇੱਛਾ ਉਹ ਹਰੇਕ ਪੂਰਨ ਕਰ ਦਿੰਦਾ ਜੋ ਮਰਜ਼ੀ। ਕਪਲ ਮੁਨੀ ਮਹਾਤਮਾ ਖੁਸ਼ੀ ਵਿੱਚ, ਮਹਾਤਮਾ ਦੀ ਖੁਸ਼ੀ ਹੁੰਦੀ ਆ, ਇਹ ਨਹੀਂ ਪਤਾ ਕਿਹੜੇ ਵੇਲੇ ਹੋ ਜਾਣੀ ਆ। ਇੱਕ ਬੰਦਾ ਕਹਿੰਦਾ ਵੀ ਇਹ ਖੁਸ਼ ਤਾਂ ਇਕੱਠੇ ਹੀ ਹੁੰਦੇ ਆ, ਵੀ ਲੱਗਾ ਰਹੇ ਮਗਰ ਸਦਾ ਥੋੜ੍ਹਾ ਖੁਸ਼ੀ ਹੁੰਦੀ ਹੈ। ਕਿਤੇ ਕਿਤੇ ਖੁਸ਼ੀ ਹੁੰਦੀ, ਖੁਸ਼ੀ 'ਚ ਆ ਕੇ ਬਚਨ ਕਰ ਦਿੰਦੇ ਆ। ਕਹਿੰਦੇ ਖੁਸ਼ ਕਿਤੇ ਕਿਤੇ ਹੀ ਹੁੰਦੇ, ਜੇ ਹੋ ਗਏ ਤਾਂ ਫਿਰ ਸਾਰਾ ਕੁਛ ਮਿਲ ਜਾਂਦਾ। ਸਤਯੁਗ ਦੀ ਕਥਾ, ਰਾਜੇ ਸਗਰ ਨੇ, ਜਿਸ ਵੰਸ਼ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਆਏ ਆ, ਇਹਨਾਂ ਦਾ ਵੱਡਾ ਬਜ਼ੁਰਗ ਰਾਜਾ ਸਗਰ ਹੋਇਆ ਇੱਕ ਸਤਯੁਗ ਦੇ ਵਿੱਚ। ਲੋਕ ਤਾਂ ਕਿੰਤੂ ਪਰੰਤੂ ਮੂਰਖ ਲੋਕ ਬਹੁਤ ਕਰਦੇ ਆ। ਉਸ ਰਾਜੇ ਸਗਰ ਦੀ ਵੰਸ਼ ਵਿੱਚ ਭਗੀਰਥ ਵਰਗੇ ਆਏ, ਰਾਮ ਜੀ ਮਹਾਰਾਜ ਆਏ, ਵੱਡੇ ਰਾਜੇ ਸ਼ਿਵੀ ਵਰਗੇ ਵੱਡੇ ਵੱਡੇ ਮਹਾਤਮਾ ਉਸ ਵੰਸ਼ ਵਿੱਚ ਆਏ। ਉਹ ਰਾਜਾ ਸਗਰ ਗਿਆ। ਕਪਲ ਮੁਨੀ ਮਹਾਤਮਾ ਇੱਕ ਸਤਯੁਗ ਦੇ ਅਵਤਾਰੀ ਪੁਰਖ ਮੰਨੇ ਆ। ਉਹਨਾਂ ਨੇ ਇੱਕ ਸ਼ਾਸਤਰ ਵੀ ਲਿਖਿਆ, ਉਹਨਾਂ ਨੇ ਵੇਦ ਵੀ ਲਿਖਿਆ ਇੱਕ। ਉਹਨਾਂ ਦੀ ਮਾਤਾ ਨੇ ਉਹਨਾਂ ਨੂੰ, ਮਾਤਾ ਦੇਵਹੂਤੀ ਨੇ ਸਾਰਾ ਗਿਆਨ ਕਪਲ ਮੁਨੀ ਮਹਾਤਮਾ ਨੂੰ ਦਿੱਤਾ ਸੀ। ਔਰ ਉਹਨਾਂ ਨੇ ਆਪਣੀ ਮਾਤਾ ਨੂੰ ਬੱਚੇ ਦੇ ਪੈਦਾ ਹੋਣ ਤੋਂ ਲੈ ਕੇ ਪੇਟ ਵਿੱਚ ਅਖੀਰ ਤੱਕ ਸਾਰਾ ਹਾਲ ਉਹਨਾਂ ਨੇ ਆਪਣੇ ਮਹਾਤਮਾ ਕਪਲ ਮੁਨੀ ਨੇ ਦੱਸਿਆ। ਮਾਤਾ ਇਹ ਕੁਛ ਹੁੰਦਾ ਹੈ ਅੱਗੇ, ਇਹ ਸਜ਼ਾ ਮਿਲਦੀ ਹੈ। ਟੋਟਲੀ ਕਿਤੇ ਪੜ੍ਹ ਕੇ ਦੇਖ ਲਿਓ, ਭਾਗਵਤ ਪੁਰਾਣ ਵਿੱਚ ਕਥਾ ਲਿਖੀ ਹੈ। ਜਦ ਤੋਂ ਬਾਅਦ ਆ ਬੱਚਾ ਪੇਟ ਦੇ ਵਿੱਚ ਕਿੰਨਾ ਕੁ ਹੁੰਦਾ ਹੈ, ਉਹਨੂੰ ਕੀ ਸੋਝੀ ਹੁੰਦੀ, ਕਿੱਡਾ ਹੁੰਦਾ, 1 ਮਹੀਨਾ 2 ਮਹੀਨਾ, ਕੱਲੇ ਕੱਲੇ ਮਹੀਨੇ ਦੀ ਲਿਖ ਕੇ, ਫਿਰ ਇਹ ਕਿੱਦਾਂ ਜੰਮਦਾ, ਕਿੱਥੇ ਜਾਂਦਾ, ਫਿਰ ਇਹ ਜੰਮ ਕੀ ਕਰਦੇ ਆ, ਇਹਨੂੰ ਕੀ ਸਜ਼ਾ ਮਿਲਦੀ, ਕੱਲੀ ਕੱਲੀ ਗੱਲ ਲਿਖੀ ਆ। ਤੇ ਜਦੋਂ ਰਾਜਾ ਗਿਆ, ਰਾਜੇ ਨੂੰ ਪਤਾ ਸੀ ਵੀ ਸੰਤਾਂ ਤੋਂ ਬਿਨਾਂ ਤੇ ਚੀਜ਼ ਮਿਲਣੀ ਨਹੀਂ ਕਿਤੇ ਵੀ। ਕਾਮਨਾ ਮਹਾਤਮਾ ਪੁਰਸ਼ਾਂ ਤੋਂ ਬਿਨਾਂ ਪੂਰੀ ਹੋਣੀ ਨਹੀਂ, ਭਾਵੇਂ ਜਿੱਥੇ ਮਰ ਚੱਲ ਜਾਵੇ। ਕਹਿੰਦਾ ਜੀ 2 ਰਾਣੀਆਂ ਮੇਰੇ, ਇੱਕ ਦੇ ਤਾਂ ਪੁੱਤਰ ਹੈਗਾ, ਇੱਕ ਦੇ ਹੈ ਨਹੀਂ। ਇੱਕ ਦੇ ਪੁੱਤਰ ਸੀ, ਉਹਦਾ ਨਾਂ ਸੀ ਅੰਸ਼ਮਾਨ। ਮਹਾਤਮਾ ਖੁਸ਼ੀ ਵਿੱਚ ਬੈਠੇ ਸੀ। ਖੁਸ਼ੀ ਵਿੱਚ ਬੈਠੇ ਕਹਿੰਦੇ ਉਹ ਤੂੰ ਇੱਕ ਦੀ ਗੱਲ ਕਰਦਾ, 60,000 ਮਿਲ ਜੂਗਾ, ਤੇਰੇ 60,000 ਮੁੰਡਾ ਹੋ ਜੂ। ਰਾਜਾ ਇੱਕ ਵਾਰ ਤੁਸੀਂ ਵੀ ਤਾਂ ਹੈਰਾਨ ਹੋਵੋਗੇ ਹੀ। ਕਹਿੰਦੇ 60,000 ਮਿਲੂ ਵੀ ਇੱਕੋ ਦਿਨ ਹੀ। ਮਹਾਤਮਾ ਕਹਿੰਦੇ 60,000 ਇੱਕੋ ਦਿਨ ਹੀ। ਉਹ ਚੁੱਪ ਕਰ ਗਿਆ, ਪਰ ਹੈਰਾਨੀ ਉਹਨੂੰ ਬਹੁਤ ਹੋਈ। ਰਾਣੀ ਮੇਰੀ ਇੱਕ ਹੈ, 60,000 ਪੁੱਤਰ ਕਿੱਦਾਂ ਹੋ ਜੂ। ਕਹਿੰਦੇ ਹੈਰਾਨ ਨਾ ਹੋ, ਅੰਤਰਜਾਮੀ ਮਹਾਤਮਾ ਅੰਤਰ ਦੀ ਜਾਣਦੇ ਹੁੰਦੇ ਆ। ਜੇ ਕੋਈ ਅੰਦਰੋਂ ਹਿਲਜੁਲ ਹੁੰਦੀ ਨਾਲੇ ਫੜ ਲੈਂਦੇ ਆ। ਉਹ ਪਰਮੇਸ਼ਰ ਜੋ ਮਰਜ਼ੀ ਕਰ ਸਕਦਾ। ਇਸ ਮਹੀਨੇ ਵਿੱਚ, ਇਸ ਦਿਨ ਨੂੰ, ਇਸ ਟਾਈਮ 'ਤੇ ਤੇਰੇ ਘਰ ਇੱਕ ਪੁੱਤਰ ਪੈਦਾ ਹੋਊਗਾ। ਉਹ ਪੁੱਤਰ ਦੇ ਜਦੋਂ ਪੈਦਾ ਹੋਊਗਾ, ਉਹਦੀ ਨਾੜੂ ਦੇ ਨਾਲ ਇੱਕ ਥੈਲੀ ਹੋਊਗੀ। ਉਹ ਥੈਲੀ ਨੂੰ ਖੋਲ੍ਹਿਓ ਨਾ, ਮੈਨੂੰ ਸੱਦ ਲਿਓ। ਇਹ ਟੈਸਟ ਟਿਊਬ ਹੁਣ ਚੱਲੀ ਹੈ, ਸਾਇੰਸਦਾਨਾਂ ਨੇ ਹੁਣ ਚਲਾਈ ਹੈ। ਇਹ ਸਤਯੁਗ ਦੀ ਗੱਲ ਹੈ।
ਜਿਹੜਾ ਗੰਧਾਰੀ ਦਾ 100 ਪੁੱਤਰ ਪੈਦਾ ਹੋਇਆ ਉਹ ਵੀ ਇੱਕੋ ਵਾਰੀ ਇਸੇ ਤਰੀਕੇ ਨਾਲ ਹੀ ਹੋਇਆ। ਉਹ ਵੀ ਧ੍ਰਿਤਰਾਸ਼ਟਰ ਦਾ 100 ਪੁੱਤਰ ਦੁਰਯੋਧਨ ਹੋਣਗੇ, ਉਹ ਵੀ ਇੱਕੋ ਵਾਰੀ ਪੈਦਾ ਹੋਇਆ। ਉਹਨੇ ਮਹਾਤਮਾ ਨੂੰ ਸੱਦ ਲਿਆ, ਪੁੱਤਰ ਪੈਦਾ ਹੋਣਾ ਸੀ। ਉਹਨੇ 60,000 ਘੜਾ ਤਿਆਰ ਕਰਵਾਇਆ। 60,000 ਘੜੇ ਦੇ ਵਿੱਚ ਛੋਟੇ ਛੋਟੇ ਜੀਵ ਉਹਨਾਂ ਨੇ ਜੋ ਖੁਰਾਕ ਚਾਹੀਦੀ ਸੀ ਮਹਾਤਮਾ ਨੇ ਪਾ ਕੇ ਸਮੇਂ ਨਾਲ ਘੜਾ 60,000 ਭੰਨਿਆ। 60,000 ਪੁੱਤਰ ਪੈਦਾ ਹੋਇਆ। ਜਿਹਦੇ ਕੋਲ ਥੋੜ੍ਹੀ ਤਾਕਤ ਵੱਧ ਜਾਂਦੀ ਫਿਰ ਦਿਖਾਲਣੋਂ ਰਹਿੰਦਾ ਨਹੀਂ। ਉਹ ਤਾਕਤ ਬਣਾਉਣੀ ਸੌਖੀ, ਸੰਭਾਲਣੀ ਬੜੀ ਔਖੀ ਆ। ਕਿ ਖਾਣਾ ਤਾਂ ਸੌਖਾ, ਪਚਾਉਣਾ ਬਹੁਤ ਔਖਾ। ਖਾ ਤਾਂ ਜਿੰਨਾ ਮਰਜ਼ੀ ਲਓ, ਸਵਾਦ ਲੱਗਦਾ, ਮਗਰੋਂ ਪਤਾ ਤਾਂ ਲੱਗਦੀ ਆ ਪਚਣਾ ਉਹਨੇ। ਤਾਕਤ ਤਾਂ ਕਈਆਂ ਨੇ ਪਾਵਰ ਪੈਦਾ ਕਰ ਲਈ, ਉਹ ਸਾਂਭ ਕੇ ਨਹੀਂ ਰੱਖ ਛੱਡੇ। ਅੱਜ ਰਾਜੇ ਬਣੇ ਆ, ਇਹਨਾਂ ਕੋਲ ਸਾਂਭ ਨਹੀਂ ਹੁੰਦੀ। ਤਾਕਤ ਹੈਗੀ ਇਹਨਾਂ ਕੋਲ, ਸਾਂਭ ਨਹੀਂ ਹੋ ਰਹੀ। ਉਹਨੂੰ ਵਰਤਣ ਦਾ ਨਹੀਂ ਪਤਾ, ਵਰਤਣੀ ਕਿੱਦਾਂ। ਵਰਤਣੀ ਤਾਂ ਅਸੀਂ ਦੁਨੀਆ ਦੇ ਭਲੇ ਵਾਸਤੇ, ਵਰਤਣ ਲੱਗ ਪਏ ਪੁੱਠੇ ਪਾਸੇ। ਅਤੇ ਉਹਨਾਂ ਨੇ ਘੋੜਾ ਛੱਡਤਾ। ਘੋੜਾ ਕਿਸੇ ਨੇ ਫੜਿਆ, ਮਹਾਤਮਾ ਦੇ ਪਿੱਛੇ ਬੰਨ੍ਹਤਾ। ਉਹ ਮੁੰਡੇ ਆਏ, ਉਹਨਾਂ ਨੂੰ ਪਤਾ ਹੈ ਨਹੀਂ ਸੀ ਵੀ ਇਹ ਤੋਂ ਪੈਦਾ ਹੋਏ ਆ। ਕਿਸੇ ਨੇ ਥੱਪੜ, ਕਿਸੇ ਨੇ ਮੁੱਕਾ, ਸੰਤਾਂ ਦੀ ਕੀਤੀ ਬੇਸਤਕਾਰੀ, ਜਾਂ ਕਿਸੇ ਦੇ ਮੁੰਡੇ ਨੂੰ ਕੁੱਟੋ, ਉਹਦੇ ਮਾਂ ਪਿਓ ਬਹੁਤ ਖੁਸ਼ ਹੋ ਜੂਗੇ। ਕਿਤੇ ਗੁੱਸਾ ਚੜ੍ਹ ਗਿਆ ਰੱਬ ਨੂੰ। ਇੱਕੋ ਦ੍ਰਿਸ਼ਟੀ ਕੀਤੀ ਮਹਾਤਮਾ ਨੇ, 60,000 ਧਰਤੀ 'ਤੇ ਲੰਮਾ ਪਾਤਾ। 60 ਹੀ ਮਰ ਗਿਆ। ਲੰਮੀ ਚੌੜੀ ਕਥਾ ਆ। ਉਹਨਾਂ ਦੀ ਗਤੀ ਵਾਸਤੇ ਗੰਗਾ ਧਰਤੀ 'ਤੇ ਲਿਆਂਦੀ ਸੀ। 60,000 ਜਿਹੜਾ ਪੁੱਤਰ ਸੀ ਉਹਨਾਂ ਦੀ ਗਤੀ ਵਾਸਤੇ ਗੰਗਾ ਨੂੰ ਲਿਆਂਦਾ ਸੀ। ਬੜੀ ਲੰਮੀ ਚੌੜੀ ਕਥਾ ਹੈ। ਮੈਂ ਤਾਂ ਇੱਥੇ ਇੱਕ ਦੱਸੀ ਆ ਛੋਟੀ ਕਰਕੇ ਵੀ ਕੋਈ ਕਾਮਨਾ ਕੋਈ ਵੀ ਹੋਵੇ ਸਾਧੂ ਮਹਾਤਮਾ ਤੋਂ ਪੂਰੀ ਹੋ ਜਾਣੀ ਹੈ। ਜੇ ਉਹ ਖੁਸ਼ ਹੋ ਗਿਆ ਤਾਂ ਪਤਾ ਨਹੀਂ ਕੀ ਮਿਲ ਜਾਣਾ। ਇਹ ਚਾਰੇ ਚੀਜ਼ਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਸਾਧਾਂ ਕੋ ਚਾਰ ਪਦਾਰਥ ਇਕੱਲੇ ਇਹੀ ਨਹੀਂ ਹੈ। ਬੰਦੇ ਨੂੰ ਛਡਾ ਦੇਣਾ, ਫਸਿਓ ਨੂੰ ਛਡਾ ਦੇਣਾ। ਤੋਤਾ ਕੋਈ ਕਿਸੇ ਨੇ ਫੜਿਆ, ਉਹਨੂੰ ਪਿੰਜਰੇ 'ਚੋਂ ਛਡਾ ਦਿਓ। ਤੋਤੇ ਨੂੰ ਪੁੱਛੋ ਕੀ ਹਾਲ ਹੈ ਉਹਦਾ, ਖੁਸ਼ ਹੈ ਬਈ। ਕਿਸੇ ਤੋਤੇ ਨੂੰ ਪਿੰਜਰੇ 'ਚ ਛਡਾ ਦਿਓ, ਉਹੀ ਸਾਡਾ ਹਾਲ ਹੈ। ਇੱਕ ਇੰਨੇ ਕੁ ਦਾਇਰੇ 'ਚ ਬੈਠਾ, ਇੱਕ ਖੁੱਲ੍ਹਾ ਫਿਰਦਾ। ਸਾਰੇ ਸੁੱਖ ਲੈ ਕੇ ਫਿਰ ਨਿਕਲ ਜਾਣਾ ਵਿੱਚੋਂ ਸੰਸਾਰ ਦੇ। ਇਹ ਕਹਿੰਦੇ ਸੰਤਾਂ ਕੋਲੋਂ ਮਿਲ ਜਾਣਾ। ਗੁਰੂ ਅਰਜਨ ਦੇਵ ਮਹਾਰਾਜ ਨੇ। ਹੁਣ ਕੱਤਕ ਮਹੀਨੇ ਦੀ ਕਥਾ ਮੈਂ ਤੁਹਾਨੂੰ ਚੇਤ ਮਹੀਨੇ ਦੀ ਸੁਣਾਉਣਾ। ਇਹ ਸ਼ੁਰੂਆਤ ਹੈ ਸਾਡੇ ਸਿੱਖ ਪੰਥ ਦੇ ਅੰਦਰ। ਹਿੰਦੁਸਤਾਨ ਵਿੱਚ ਮੁਗਲਾਂ ਦੇ ਸਮੇਂ ਤੋਂ ਲੈ ਕੇ ਇਹ ਮਹੀਨੇ ਚੱਲਦੇ ਸੀ। ਚੇਤ, ਵਿਸਾਖ, ਜੇਠ, ਹਾੜ, ਸੌਣ, ਭਾਦੋਂ ਇਹ ਚੱਲਦੇ ਸੀ। ਸ਼ੁੱਕਰਵਾਰ ਦੀ ਹੁੰਦੀ ਸੀ ਛੁੱਟੀ। ਅੱਜ ਵੀ ਅਰਬਾਂ ਵਿੱਚ ਸ਼ੁੱਕਰਵਾਰ ਦੀ ਛੁੱਟੀ ਹੈ। ਸ਼ੁੱਕਰਵਾਰ ਜੁਮੇ ਦਾ ਦਿਨ ਸੀ, ਸ਼ੁੱਕਰਵਾਰ ਨੂੰ ਛੁੱਟੀ ਕਰ ਦਿੰਦੇ ਸੀ। ਜਿੰਨਾ ਚਿਰ ਮੁਗਲ ਸਾਡੇ ਹਿੰਦੁਸਤਾਨ 'ਚ ਰਹੇ, ਉਹਨਾਂ ਨੇ ਸ਼ੁੱਕਰਵਾਰ ਦੀ ਛੁੱਟੀ ਕੀਤੀ ਹੈ। ਉਹ ਤੋਂ ਬਾਅਦ ਅੰਗਰੇਜ਼ ਆ ਗਏ। ਇਹਨਾਂ ਨੇ ਜਨਵਰੀ, ਫਰਵਰੀ ਲੈ ਆਂਦੀ, ਸੰਡੇ ਮੰਡੇ ਲੈ ਆਂਦੇ, ਅਤੇ ਇਹਨਾਂ ਨੇ ਐਤਵਾਰ ਦੀ ਛੁੱਟੀ ਕਰ ਦਿੱਤੀ। ਸਾਡੇ ਕਈ ਨਵਾਂ ਸਾਲ ਮਨਾਉਣ ਲੱਗ ਪੈਂਦੇ 1 ਜਨਵਰੀ ਨੂੰ, ਪਰ ਸਾਡਾ ਨਹੀਂ ਹੈ ਉਹ। ਚਲੋ ਰਹੋ ਵਿਚਾਰ ਇਸ ਪਾਸੇ ਕੀ ਜਾਣਾ। ਪਰ ਸਾਡਾ ਸਾਲ ਗੁਰਮਤਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਅੱਜ ਸ਼ੁਰੂ ਹੋਇਆ, ਧਾਰਮਿਕ ਪੱਖ ਦੇ ਅਨੁਸਾਰ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪੋਹ ਸੁਦੀ 7ਵੀਂ ਅਵਤਾਰ ਸੀ ਉਹਨਾਂ ਦਾ। ਅਤੇ ਇਹਨਾਂ ਨੇ 5 ਜਨਵਰੀ ਰੱਖ ਦਿੱਤਾ ਸੀ। ਕਮੇਟੀ ਨੇ ਸਾਡਾ ਝਗੜਾ ਤਾਂ ਬਹੁਤ ਹੋਇਆ। ਕਿਤੇ ਇਹ ਥੋੜ੍ਹਾ ਲਿਖਿਆ ਜਨਵਰੀ ਗੋਬਿੰਦ ਅਰਾਧੀਏ, ਚੇਤ ਗੋਬਿੰਦ ਅਰਾਧੀਏ ਲਿਖਿਆ। ਸਾਡਾ ਜੋ ਗੁਰਮਤਿ ਸੀ ਅਸੀਂ ਉਹਦੇ ਅਨੁਸਾਰ ਮਨਾਉਣੇ ਸੀ। ਸਾਡਾ ਝਗੜਾ ਚੱਲਿਆ ਬਹੁਤ ਕਮੇਟੀ ਨਾਲ, ਚਲੋ ਸਾਡੀ ਜਿੱਤ ਹੋ ਗਈ। ਇਹ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਜੀਵਨ ਦੇ ਵਿੱਚ ਸੁੱਖ ਲੈਣ ਵਾਸਤੇ, ਜੀਵਨ ਵਿੱਚ ਮਨੁੱਖ ਨੇ ਕੀ ਕਰਨਾ ਕੀ ਨਹੀਂ ਕਰਨਾ, ਜਿੱਦਾਂ ਨੀਂਹ ਰੱਖੀ ਦੀ ਹੈ। ਨੀਂਹ ਰੱਖਣ ਵੇਲੇ ਸਿਆਣਾ ਮਿਸਤਰੀ ਫਿਰ ਉਹ ਘਰਦਿਆਂ ਨੂੰ ਸਮਝਾਉਂਦਾ ਵੀ ਜੀ ਦਲਦਲ ਹੈਗੀ ਹੈ, ਇੱਥੇ ਹਿਸਾਬ ਨਾਲ ਸਰੀਆ ਜ਼ਿਆਦਾ ਪਾਉਣਾ ਪੈਣਾ, ਇਹ ਤਾਂ ਕੋਠੀ ਖੜੀ ਹੋਣੀ ਹੈ। ਕਈ ਵਾਰੀ ਸਿਆਣੇ ਮਿਸਤਰੀ ਦੱਸਦੇ ਜੀ ਰੇਤਾ ਬਹੁਤ ਜ਼ਿਆਦਾ ਹੈ, ਇਹਨੂੰ ਥੋੜ੍ਹਾ ਜ਼ਿਆਦਾ ਪੱਟ ਲਓ। ਕਈ ਵਾਰ ਮਾਲਕ ਨੂੰ ਪਤਾ ਨਹੀਂ ਹੁੰਦਾ, ਉਹ ਫਿਰ ਮਿਸਤਰੀ ਸਮਝਾਉਂਦਾ ਵੀ ਇੱਦਾਂ ਕਰੀ, ਇਹ ਕਰੀ। ਇਹ ਹੋਈ ਸਾਲ ਦੀ ਸ਼ੁਰੂਆਤ। ਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖਾਂ ਨੂੰ ਸਮਝਾਉਣ ਵਾਸਤੇ ਸ਼ੁਰੂਆਤ ਕੀਤੀ। ਉਹਨਾਂ ਨੇ ਸ਼ੁਰੂਆਤ ਬਾਬਾ ਦਲੀਪ ਸਿੰਘ ਜੀ ਡਮੇਲੀ ਵਾਲੇ, ਜਿਨ੍ਹਾਂ ਦਾ ਸੰਤ ਮਹਾਰਾਜ ਨਾਲ ਬਹੁਤਾ ਪਿਆਰ ਸੀ। ਜੇ ਕਿਸੇ ਨੇ ਉਹਨਾਂ ਨੂੰ ਪੁੱਛਣਾ ਮਹਾਰਾਜ ਕੋਈ ਭਲੇ ਦੀ ਗੱਲ ਦੱਸ ਦਿਓ ਜੀ,
ਉਹ ਕਹਿੰਦੇ ਅੱਧਾ ਅੱਖਰ ਫੜ ਲਵੇ, ਅੱਧਾ ਅੱਖਰ ਫੜ ਲਵੇ, ਉਹ ਵੀ ਪਾਰ ਹੋ ਜਾਊਗਾ। ਕਹਿੰਦੇ ਮਹਾਰਾਜ ਅੱਧਾ ਅੱਖਰ ਕਿਹੜਾ ਜੀ? ਕਹਿੰਦੇ ਕਿਰਤ ਕਰਮ ਕੇ ਲਿਖਿਆ, ਕਿਰਤ ਹੀ ਫੜ ਲਓ, ਕਿਰਤ ਆਪਣੀ ਚੰਗੀ ਕਰ ਲਓ, ਕਰਮ ਚੰਗਾ ਹੋ ਜਾਣਾ। ਗੁਰੂ ਅਰਜਨ ਦੇਵ ਮਹਾਰਾਜ ਨੀਂਹ ਪੱਥਰ ਤੋਂ ਸ਼ੁਰੂ ਗੱਲ ਕੀਤੀ ਹੈ। ਪਹਿਲਾਂ ਤਾਂ ਉਹਨੇ 12 ਮਾਹਾਂ ਤੋਂ ਸ਼ੁਰੂ ਹੀ ਇੱਥੋਂ ਕੀਤਾ, ਕਿਰਤ ਕਰਮ ਕੇ ਵਿਛੜੇ। ਜਿਹੜੇ ਤੁਸੀਂ ਅਸੀਂ ਕਹਿੰਦੇ ਦੂਰ ਹੋਏ ਆ, ਸਾਡਾ ਕਰਮ ਵੀ ਮਾੜਾ ਸੀ, ਕਿਰਤ ਮਾੜੀ ਹੋ ਗਈ, ਉਹਨਾਂ ਕਰਮ ਵਿਗੜ ਗਿਆ। ਜੇ ਲੋਭ ਅੰਦਰ ਚਲ ਗਿਆ ਤਾਂ ਕਿਰਤ ਵਿਗੜ ਗਈ। ਇਹ ਤੋਂ ਪੈਸੇ ਲੈ ਲੈ, ਉਹ ਤੋਂ ਲੈ ਲੈ, ਇਹਦੇ ਖੋਹ ਲਾ। ਤਨਖਾਹਾਂ 'ਤੇ ਕੋਈ ਉਹਦਾ ਵਿਸ਼ਵਾਸ ਨਹੀਂ। ਤਨਖਾਹ ਤਾਂ ਵੱਖਰੀ ਆ, ਲੋਕਾਂ ਦੀ ਜੇਬਾਂ 'ਚੋਂ ਕੱਢਣਾ। ਕਿਰਤ ਵਿਗੜ ਗਈ, ਕਰਮ ਵਿਗੜ ਗਏ। ਕਰਮ ਵਿਗੜ ਗਿਆ ਤਾਂ ਰੱਬ ਤੋਂ ਪਰੇ ਹੋ ਗਿਆ। 3 ਤਰ੍ਹਾਂ ਦੇ ਕਰਮ ਹੈ। ਤੁਸੀਂ ਸਾਰੇ ਜਿੰਨੇ ਬੈਠੇ ਹੋ, 3 ਤਰ੍ਹਾਂ ਦੇ ਕਰਮ ਹੈ ਵੀ ਤੁਹਾਡੇ ਵਿੱਚ ਹੈ। ਨਾਮ ਜਪਣ ਵਾਲੇ ਵੀ ਤਕਰੀਬਨ ਤੁਹਾਡੇ ਤਾਂ ਸਾਰੇ ਗੁਰਮੁਖ ਹੈ। ਤੁਸੀਂ ਕਿਉਂਕਿ ਧਾਰਮਿਕ ਪੱਖ ਨੂੰ ਚੰਗਾ ਜਾਣ ਕੇ ਤੁਸੀਂ ਬੈਠੇ ਹੋ। ਉਹਦੇ ਵਿੱਚ 3 ਤਰ੍ਹਾਂ ਦੇ ਕਰਮ ਹੈ, ਗੁਰੂ ਗ੍ਰੰਥ ਸਾਹਿਬ 'ਚ ਲਿਖੇ ਆ। ਹਰੇਕ ਬੰਦਾ ਉਹ 3 ਤਰ੍ਹਾਂ ਨਾਲ ਕਰਦਾ ਹੈ। 3 'ਚੋਂ ਕਿਹੜਾ ਕਰਨਾ ਕਿਹੜਾ ਨਹੀਂ ਕਰਨਾ, ਉਹ 3 ਨਹੀਂ ਕਰਨੇ। ਇੱਕ ਤਾਂ ਕਰਮ ਹੈ ਮਨ ਕਰਕੇ, ਮਨ ਕਰਕੇ ਕਿਸੇ ਦਾ ਬੁਰਾ ਸੋਚਣਾ। ਭਾਵੇਂ ਅਸੀਂ ਕਰ ਨਹੀਂ ਸਕੇ, ਪਰ ਅੰਦਰੋਂ ਸਾਡੀ ਸੋਚ ਹੈ ਵੀ ਉਹਦਾ ਕੰਮ ਵਿਗੜ ਜਾਵੇ, ਇਹਦਾ ਮੁੰਡਾ ਸਮੈਕੀਆ ਬਣ ਜਾਵੇ, ਜਾਂ ਇਹਦਾ ਮੁੰਡਾ ਵਿਗੜ ਜਾਵੇ, ਜਾਂ ਇਹਦਾ ਕਾਰੋਬਾਰ ਤਬਾਹ ਹੋ ਜਾਵੇ। ਕਰ ਤਾਂ ਨਹੀਂ ਸਕੇ, ਇਹਨੂੰ ਕਹਿੰਦੇ ਮਨ ਦੀ ਸੋਚ। ਇਹ ਮਨ ਦਾ ਸੁਭਾਅ। ਜਿਨ੍ਹਾਂ ਬੰਦਿਆਂ ਦੇ ਅੰਦਰੋਂ ਇਹ ਗੱਲ ਚਲੇਗੀ, ਮਨ ਦੇ ਅੰਦਰੋਂ, ਕਈ ਵਾਰੀ ਅਸੀਂ ਇੱਕ ਹੁੰਦਾ ਅਫਸੋਸ, ਇੱਕ ਹੁੰਦਾ ਸਮੋਸ। ਸਮੋਸ ਹੈਗਾ ਅੰਦਰੋਂ ਖੁਸ਼ ਹੈ, ਉੱਤੋਂ ਮੂੰਹ ਵਿੰਗਾ ਕਰਕੇ ਬੈਠਾ। ਅਫਸੋਸ ਹੁੰਦਾ ਅੰਦਰੋਂ ਵੀ ਦੁਖੀ ਹੈ ਅਤੇ ਮੂੰਹ ਤੋਂ ਵੀ ਦੁਖੀ ਹੈ। ਉਹ ਕਈ ਚਲੇ ਜਾਂਦੇ ਆ, ਫਾਰਮੈਲਿਟੀ ਕਰ ਰਹੇ ਨੇ, ਜਾਓ ਵੀ ਮਾੜਾ ਜਿਹਾ ਅਫਸੋਸ ਕਰਿਆ ਆਈਏ, ਪਰ ਅੰਦਰੋਂ ਖੁਸ਼ ਹੁੰਦੇ ਆ, ਚੰਗਾ ਹੋਇਆ ਮਰ ਗਿਆ ਹੈ। ਇਹਨੂੰ ਕਹਿੰਦੇ ਮਨ ਦਾ ਕਰਮ। ਮਨ ਦਾ ਕਰਮ ਜਿਹਦੇ ਅੰਦਰੋਂ ਇਹ ਭਾਵ ਨਿਕਲ ਗਿਆ। ਇੱਕ ਮਨ ਕਰਕੇ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖਿਆ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਜਿਨ੍ਹਾਂ 'ਚ 3 ਗੁਣ ਹੋਣ, ਉਹ 56 ਕਰੋੜ ਬੰਦਾ ਇੱਕ ਵਾਰ ਜੀਵ ਨਾ ਮਾਰਤਾ, ਉਹਨਾਂ ਨੂੰ ਪਾਪ ਨਹੀਂ ਹੋਇਆ। ਉੱਦਾਂ ਬੰਦੇ ਦਾ ਪਾਪ ਬਹੁਤ ਹੈ। ਉਹਨੇ 60,000 ਮੂੰਹ ਤੋਂ ਦ੍ਰਿਸ਼ਟੀ ਨਾਲ ਮਾਰ ਦਿੱਤਾ, ਮਰ ਗਏ, ਕੋਈ ਪਾਪ ਨਹੀਂ ਹੈ। ਜੋ 56 ਕਰੋੜ ਨੂੰ ਰੋਟੀ ਦੇ ਦੇਣ ਤੇ ਪੁੰਨ ਵੀ ਨਹੀਂ ਹੈ। ਜੇ ਉਹ 56 ਕਰੋੜ ਬੰਦੇ ਨੂੰ ਰੋਟੀ ਮਕਾਨ ਦੇ ਦੇਣ, ਇਹਦਾ ਪੁੰਨ ਵੀ ਨਹੀਂ ਉਹਨਾਂ ਦਾ। ਨਾ ਉਹਨਾਂ ਨੂੰ ਪਾਪ ਹੈ ਨਾ ਪੁੰਨ ਹੈ, ਜੋ ਮਰਜ਼ੀ ਕਰ ਦੇਣ। ਉਹਨੂੰ ਪਾਪ ਪੁੰਨ ਦੋਏ ਲੇਪ ਨਹੀਂ ਹੁੰਦੇ, ਜਿਹਦੇ ਵਿੱਚ ਇਹ ਵੱਡਾ ਗੁਣ ਹੈ। ਇੱਕ ਹੈ ਮਨ ਕਰਕੇ, ਮਨ ਦੇ ਅੰਦਰੋਂ ਸ਼ੁੱਧ ਭਾਵਨਾ ਰੱਖਣੀ, ਕਿਸੇ ਦਾ ਬੁਰਾ ਨਹੀਂ ਸੋਚਣਾ, ਆਪਣੇ ਕਰਮ ਕਰਨਾ, ਜਿਹੜਾ ਚੰਗਾ ਕਰਮ, ਬਾਣੀ ਪਰਮੇਸ਼ਰ ਚਿੱਤ ਰੱਖਣਾ ਜੋੜ ਕੇ। ਦੂਜਾ ਹੈ ਬਚਨ। ਬਚਨ ਕਰਕੇ, ਬਚਨ ਕਰਕੇ ਕਿਸੇ ਦੀ ਗਾਲ ਕੱਢ ਕੇ ਕਿਸੇ ਦਾ ਮਨ ਦੁਖੀ ਕਰ ਦੇਣਾ। ਕਈਆਂ ਨੂੰ ਬਚਨ ਇੱਦਾਂ ਦਾ ਕਰ ਦੇਣਾ, ਕੋਈ ਕੁੱਲਾਂ ਤੱਕ ਭੁਲਾਉਂਦੇ ਨਹੀਂ। ਇਹਨਾਂ ਦੇ ਬੁੜਿਆਂ ਨੇ ਸਾਨੂੰ ਆਹ ਗੱਲ ਕਹੀ ਸੀ ਕਿਸੇ ਟਾਈਮ 'ਤੇ। ਤੁਸੀਂ ਪਿੰਡਾਂ 'ਚ ਹੈਗੇ ਸਾਡੇ ਜੱਟਾਂ ਦੇ ਕਈ ਘਰ, ਉਹ ਭੁਲਾਉਂਦੇ ਨਹੀਂ। ਇਹਨਾਂ ਦੇ ਬੁੜਿਆਂ ਨੇ ਸਾਨੂੰ ਬੋਲੀ ਮਾਰੀ ਸੀ। ਦੁਆਪਰ ਯੁੱਗ 'ਚ ਇੱਕ ਬੀਬੀ ਨੇ ਇੱਕੋ ਹੀ ਬੋਲੀ ਮਾਰੀ, 1.25 ਅਰਬ ਬੰਦਾ ਮਰ ਗਿਆ ਹਿੰਦੁਸਤਾਨ ਦੀ ਧਰਤੀ 'ਤੇ। ਅੰਨੇ ਦਾ ਅੰਨਾ ਹੀ ਗਿਆ, ਮੂੰਹ ਨਾਲ ਹੀ ਕਿਹਾ, ਨਾ ਕਿਸੇ ਦੇ ਡਾਂਗ ਮਾਰੀ, ਨਾ ਕਿਸੇ ਦੇ ਕੁਛ ਕੀਤਾ। ਇਹ ਬਚਨ। ਬਚਨ ਕਰਕੇ ਕਿਸੇ ਦਾ ਮਨ ਦੁਖੀ ਕਰ ਦੇਣਾ। ਬਾਬਾ ਫਰੀਦ ਸਾਹਿਬ ਨੇ ਕਿਹਾ, ਜੇ ਤੋ ਪਿਰਿਆ ਕੀ ਸਿੱਖ, ਜੇ ਤੈਨੂੰ ਰੱਬ ਦੇ ਮਿਲਣ ਦੀ ਇੱਛਾ ਹੈ, ਕਿਸੇ ਦਾ ਦਿਲ ਨਾ ਦੁਖੀ ਕਰੀ, ਕਿਸੇ ਨੂੰ ਮਾੜਾ ਬੋਲ ਨਾ ਬੋਲੀ, ਇੱਕ ਫਿੱਕਾ ਨਾ ਗਲਾਏ। ਫਰੀਦ ਸਾਹਿਬ ਨੇ ਲਿਖਿਆ, ਫਰੀਦਾ ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਣੀ, ਫਿੱਕਾ ਬੋਲ ਨਾ ਕਿਸੇ ਨੂੰ ਬੋਲੀ। ਮਾਣਕ ਸਭ ਅਮੋਲਵੇ ਹਿਆਉ ਨ ਠਾਹੇ ਕਹੀਦਾ। ਸਾਰਿਆਂ ਅੰਦਰ ਰੱਬ ਹੈ। ਇੱਕ ਬੰਦਾ ਦੁਖੀ ਹੋ ਗਿਆ, ਤੇਰੀ ਕਥਾ ਗਈ। ਜੇ ਮੈਂ ਇੱਕ ਕਿਸੇ ਦੂਜੇ ਧਰਮ ਦੇ ਉਲਟ ਗੱਲ ਕਰ ਦਿੱਤੀ, ਉਹ ਬੰਦਾ ਦੁਖੀ ਹੋ ਗਿਆ, ਤਾਂ ਕਿਰਤ ਰੱਬ ਮੇਤੇ ਵੀ ਨਾਰਾਜ਼ ਹੋ ਗਿਆ, ਤਾਂ ਰੱਬ ਸੁਣਨੇ ਵਾਲਿਆਂ 'ਤੇ ਵੀ ਨਾਰਾਜ਼ ਹੋ ਗਿਆ। ਤਾਂ ਹੀ ਸਾਡੇ ਮਹਾਂਪੁਰਸ਼ਾਂ ਦਾ ਮਿਸ਼ਨ ਸੀ, ਕਿਸੇ ਧਰਮ ਦੇ ਖਿਲਾਫ ਗੱਲ ਨਹੀਂ ਕਰਨੀ, ਨਿਰੋਲ ਰੱਬ ਦੀ ਗੱਲ ਕਰ ਦਿਓ, ਗੁਰੂ ਨਾਨਕ ਦੀ ਗੱਲ, ਸਿਫਤ ਕਰ ਦਿਓ ਪਰਮੇਸ਼ਰ ਦੀ, ਉਹ ਸਾਰਿਆਂ ਨੂੰ ਚੰਗੀ ਲੱਗਣੀ ਹੈ।
एक मन करके एक बचन करके। ये दो कर्म। तीया है कर्म करके हथ ना डंडा मार देना, किसी का सिर पाड़ देना, किसी की लत्त मारनी, मोहर नूं सिट देना। गुरु अमरदास महाराज जी दातू जी ने लत्त मारी, महाराज सिंघासन तो मोहरे सिट दिते। जिहड़े गुरु नाल प्रेम करन वाले ध्यान रखियो, अजकल जो है दुनिया तुरी फिरदी अपनी अपनी मर्जी नाल। फलाने थे गुरु ग्रंथ साहिब की बेसतकारी हो गई, फलाने थे बेसतकारी हुई। वो गुरमुखो बेसतकारी उस वेले ना हुई जदों गुरु अमरदास महाराज के ढूही च लत्त मार के दातू जी ने महाराज नूं सिंघासन तो थल्ले सिट दिता। किसी सिख की हिम्मत नहीं पई दातू जी नूं कुछ कह देवे। जे ये सिख होंदे होण वाले नहीं मार देना सी उस वेले, गुरु अमरदास महाराज नूं पुछना ही नहीं सी नहीं। और गुरु अमरदास महाराज उहदे पैर घुटण लग गए उठ के। बिरध सी, बिरध अवस्था, हले गद्दी ते बैठे सी, 72-73 साल की उम्र सी। ਉਹਦੇ पैर घुटे, कहते गुरमुखा मेरा तो शरीर बुढ़ा है, हड्ड करड़े हो गए, तेरे सੱਟ लगी होनी है। उत्थे तो बेसतकारी हुई नहीं गुरु की, ना गुरु ने मन्नी। जिन्हों ने कभी पाठ भी नहीं किया गुरु ग्रंथ साहिब का, वो रौली पाउंदे बेसतकारी हो गई। मेरा विशा नहीं, मैं तुहानूं तां दसी है गल। ते गुरु ग्रंथ साहिब जी महाराज की सत्कार, इन्नी निमरता होवे ਤਾਂ ਬੰਦਾ ਉੱਥੇ ਪਹੁੰਚਦਾ ਨਹੀਂ, ਪਹੁੰਚਦਾ ਨਹੀਂ ਹੈ। ਜੇ ਗੁਰੂ ਅਮਰਦਾਸ ਮਹਾਰਾਜ ਨੂੰ ਦਾਤੂ ਨੂੰ ਸ਼ਰਾਪ ਦੇ ਦਿੰਦੇ ਜਾਂ ਕੁਝ ਹੋਰ ਕਰ ਦਿੰਦੇ, ਉਹਨਾਂ ਨੇ ਤਾਂ ਨਹੀਂ ਕੁਛ ਵੀ ਕਿਹਾ, ਪਰ ਉਹਦੀ ਲੱਤ ਵਿੱਚ ਦਰਦ ਖੜ ਗਈ। ਜਿਹੜੀ ਲੱਤ ਉਹਨੂੰ ਗੁਰੂ ਅਮਰਦਾਸ ਮਹਾਰਾਜ ਦੀ ਢੂਹੀ 'ਚ ਮਾਰੀ, ਲੱਤ 'ਚ ਦਰਦ ਖੜ ਗਈ। ਉਹ ਫਿਰ ਦਰਦ ਹਟੀ ਨਾ। ਪਾਤਸ਼ਾਹੀ ਪੰਜਵੀਂ ਆ ਗਈ, ਚੌਥੀ ਵੀ ਲੰਘ ਗਈ, ਤੀਜੀ ਲੰਘ ਗਈ, ਚੌਥੀ ਲੰਘ ਗਈ, ਪੰਜਵੀਂ ਪਾਤਸ਼ਾਹੀ ਆ ਗਈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਗੱਦੀ 'ਤੇ ਬੈਠੇ। दातू जाके रोया फिर गुरु अर्जन देव महाराज के मोहरे। दातू जी ने बेनती की, महाराज ਜਾਂ मेरी मौत हो जाए ਜਾਂ मेरी लत्त की दर्द हट जाए। ਉਹਦੀ दर्द फिर पंजवें पातशाह जी ने हटाई। मन बच कर्म प्रभ एक ध्याए, मन करके बचन करके कर्म करके परमेश्वर ਨੂੰ ਧਿਆਵੇ, सर्व फला सोई जन पाए। तार अपना अवतार अनगर अपना प्रभ कीना, केवल नाम महारस देना। ਕਹਿੰਦੇ ਤਿੰਨੇ कर्म ਜਿਹੜੇ ਹੈ परमेश्वर ਦੇ जो ਉਹਨੇ ਦੱਸੇ ਉਹਦੇ ਅਨੁਸਾਰ ਕਰੇ। ਜੀਵ ਨਾ ਮਾੜਾ ਨਾ ਬੋਲੇ, ਹੱਥ ਨਾ ਪੈਰਾਂ ਨਾ ਬੁਰਾ ਕਰਮ ਨਾ ਕਰੇ, ਮਨ ਤੇ ਬੁਰਾ ਸੋਚੇ ਨਾ। ਇਹ ਤਿੰਨ ਕਰਮ। ਕਿਰਤ, ਜਦੋਂ ਕਿਰਤ ਵਿਗੜ ਗਈ ਇਹ ਤਿੰਨੇ ਚੀਜ਼ਾਂ ਵਿਗੜ ਜਾਂਦੀਆਂ। ਜਿਹਦੇ ਕੋਲ ਧਨ ਜ਼ਿਆਦਾ ਆ ਗਿਆ ਉਹ ਅਫਸਰ 'ਤੇ ਦਬ ਕੇ ਮਾਰਦਾ ਦੂਜਿਆਂ ਨੂੰ। ਧਨ ਜ਼ਿਆਦਾ ਆ ਗਿਆ ਨਾ, ਕਿਰਤ ਯਾਰ ਕਿਰਤ ਵਿਗੜ ਗਈ, ਉਹਦਾ ਕਰਮ ਵਿਗੜ ਗਿਆ, ਉਹਦੇ ਅੰਦਰ ਹੰਕਾਰ ਆ ਗਿਆ, ਉਹ ਲੋਕਾਂ ਨੂੰ ਥੱਪੜ ਮਾਰਨ ਲੱਗ ਗਿਆ। ਕੋਈ ਵੱਡਾ ਅਫਸਰ ਬਣ ਗਿਆ, SP ਬਣ ਗਿਆ, DSP ਬਣ ਗਿਆ, ਲੋਕਾਂ ਨੂੰ ਦਬ ਕੇ ਕੁੱਟਣ ਲੱਗ ਪਏ। ਕਰਮ ਵਿਗੜ ਗਿਆ ਨਾ, ਕਰਮ ਵਿਗੜ ਗਿਆ। ਪੈਸੇ ਆ ਗਏ, ਕਰਮ ਵਿਗੜ ਗਿਆ। ਕਿਰਤ ਖਰਾਬ ਹੋ ਗਈ, ਕਰਮ ਵਿਗੜ ਗਿਆ। ਕਿਰਤ ਜਦੋਂ ਖਰਾਬ ਹੁੰਦੀ ਹੈ, ਨਾਮ ਜਪਣ ਵਾਲਿਆਂ ਦੀ ਬਿਰਤੀ 'ਤੇ ਵੀ ਅਸਰ ਕਰ ਦਿੰਦੀ ਹੈ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਨੇ ਸਾਰੀ ਜ਼ਿੰਦਗੀ ਆਪਣੀ ਪੈਨਸ਼ਨ ਦੇ ਪ੍ਰਸ਼ਾਦਾ ਛਕਿਆ। संत बाबा शादी सिंह जी रोपड़ वाले, पेंशन सी उन्होंने लगी हुई, अपनी पेंशन का प्रसादा छकिया। कोशिश की भी किरत साड़ी अपनी रह जाए, दूजे की किरत मैं खा ना लवां। किरत बिगड़ गई, नाले कर्म बिगड़ गया। छोटी जी कथा है भागवत पुराण की। वो भागवत पुराण दे विच उन्होंने कथा लिखी है। एक राजे दे संत रहिंदे सी। संत बंदगीवान सी। संत लिखना बड़ा सौखा, बनना बड़ा औखा। लिख तो बमा ब्रह्म ज्ञानी लो, अपने आप में बमा 108 1008 लिख लो, कोई एतराज नहीं करता। इत्ते लिखी लुखी जाते हैं, पर बनना बहुत औखा। संत बंदगी वाले सी। राजे की शरधा बड़ी सी। जिथे राजा रहिंदा सी उहदे नाले संतां दा कमरा सी। राजा राणी बहुत शरधा रखते सी। जिथे संत इशनान करते सी उत्थे राजा राणी भी उत्थे करते सी। उत्थों राणी इशनान करके निकली तो वह 9 लखा हार अंदर रह गया। संत अंदर इशनान करने चले गए। वो संतां ने हार चक के लिया के अपने कमरे च रख लिया। जदों संतोखी मन
टबला खा गया, लोभी बन गया तो रब तो दूर हो गया। फिर राजे ने बड़ी भाल की भी साडे बाथरूम होर तां बंदा कोई आउंदा नहीं है, बंदा भी इत्थे कोई वड़दा नहीं है। संतां दे शक नहीं सी उहनूं। बड़ा हार लभ्या, हार ना लभा। 5-7 दिन बीते, संतां ने हार चक्या। भरी सभा लगी सी राजे दी, राजा बैठा सी सिंघासन ते। संतां ने हार इदां हत्थ विच लिया के राजे दे मोहरे खड़े होके कहंदा, राजा तेरा चोर मैं हाँ। एक तो तुहानूं परेशानी बहुत हुई, तुसी बड़ी कोशिश की चोर फड़ने की, तुहानूं लभा नहीं। तुहाडा चोर मैं हाँ। जिहड़ा कोई किसी दे उत्ते परोपकार करे, जे उहदा बुरा करिए तो कहंदे फिर दरगाह सज़ा ज़्यादा मिलती है। तुसी मेरी सेवा करदे हैं, मैं तुहाडी चीज़ चक लई। राजा बड़ा हैरान होया, बंदगीवान महापुरुष है, इन्हां ने किदां हार चक लिया। संत कहंदे, राजा धर्मराजे की सज़ा मैनूं ज़्यादा मिलनी है, यह हार अपना लै लै, जलाद नूं सद के मेरे दोए हत्थ गुट्टां तो वढ़ दे, सज़ा मैं हुणे लै लैनी, गाहां ज़्यादा मिलनी है, ये मैं हुणे भोग लैनी है। तुसी मैनूं हुणे यह भरी सभा आ सामने मेरे हत्थ वढ़ दे, दोए हत्थ वढ़ दे, मैं कह रहा मैनूं सज़ा दे दो, मेरी बनती आ। राजा पैरों तो मिट्टी निकल गई राजे दे। राजा कहंदा, महाराज तुसी अपने कमरे नूं चलो जी, मैं महाराज विचार करदा जी, हाले मैं सज़ा दे नहीं सकदा। राजे ने गल टाल दी। राजे ने विद्वान ब्राह्मण लोग जिहड़े उस वेले ब्राह्मणां दी पूजा सी, पूजा की तां जांदी सी, बंदगीवान पुरख सगे। ब्राह्मण ना माड़ा नहीं है, ब्राह्मण सो जो बिंद है ब्रह्म, जप तप संजम कमावे कर्म, सील संतोख का रखे धर्म। सील संतोख का रखे तो बंधन तोड़े होवे मुक्त, सोई ब्राह्मण पूजन जुगत। उदों ब्राह्मणों की पूजा सी। वो ब्राह्मण कहन लगे, राजा तेरी रसोई च माड़ा अन्न पक गया, उन्हें संतां की बिरती ते असर कर दिता, तेरी रसोई च माड़ा अन्न पक गया। कहंदा जी मेरी रसोई तो अन्न उही जिहड़ा पहलां पकदा उही है। कहंदे पता करो अपने लंगर दे विच संतां दी बिरती ते अन्न असर कर गया, क्योंकि जहर ने तो संत ते भी असर कर देना, जहर ने दूए ते भी असर कर देना। जहर तो जहर है, उस शरीर ते असर कर देना। उन्हें पता किया तो एक वजीर ने, वो राजे का वजीर सी, उन्हें कुड़ी ब्याही, जो सुनियारे तो सोना लिया, उन्हें पित्तल के चाल फेर के सोना देता। वो थोड़े दिनों बाद वो काला फिर गया, उन्हें बिच्चे सोना बिच्चे कुड़ी वजीर के घर में तोरती। अगे जिहदी कुड़ी छड़ दिंदे सी, मुड़ के दूए थां ब्याह नहीं हुंदी सी। वजीर ने राजे नूं शिकायत करती, राजा मैं फलाने सुनियारे ने मेरे नाल धोखा किया। वो कहंदे भी की गल हुई? कहंदे जी आ देखो सोना, मैनूं पैसे सोने दे ले देता पित्तल। राजे ने कहा चको समान सारा सुनियारे का। सुनियारे नूं कढ़दा शहरों बाहर। वो जिहड़ा सुनियारे का आटा सी ना पीपा, वो आके राजे की रसोई च आ गया। वो जिहड़ा संतां ने प्रसादा छकिया, संतां की बिरती ते असर हो गया। वो जब 5-7 दिनों बाद आटा मुक गया तो मुड़ के होर आटा आया तो संतां की बिरती तो वह असर लै गया। फिर संतां नूं सोझी आई भी मैं तो बहुत माड़ा काम कर बैठिया। किरत उन्ना चिर असर करती है जिन्ना चिर वह असर रहिंदा, जे असर मुकदा नहीं तो वह असर लैंदा नहीं है। माड़ी किरत जिहड़ी है, गुरु अर्जन देव महाराज कहंदे किरत कर्म के बिछड़े कर कृपा मेलो राम। महाराज यह काम करके तुहातों बिछड़े हैं जी, पता हैगा मैनू मैं चोर हाँ, ये गल पक्की है। महाराज ने कहा मैनू पता जी, मैं यह गल करके तुहातों दूर होया। पता ही हुंदा कई बारी मुंडे नूं पता ही हुंदा मेरा बाप मेरे ते नाराज़ किहड़ी गल्लों है, पता ही हुंदा। पंजवें पातशाह कहंदे महाराज यह गल है जी, तुसीं किरपा करके मैनू मेल लो, मेरी चीज़ सही हो जाए। 4 कुंट दे दिस भ्रमे थक आई प्रभ की साम। 4 कुंटां विच तुहाडे नाल मिलण वाला मैनू कोई लभा नहीं है। तुसीं किरपा करोगे तो मिलूगा। रब की किरपा तो बिना साधु नहीं मिलता। जिन को पए दयाल तिन साधु संग पिया। रब खुश होया तो साधु मिल पिया, नहीं तो नहीं। रब की खुशी है तो रब के बंदे मिल पे, नहीं तो नहीं। 4 कुंट दे दिस भ्रमे थक आए प्रभ की साम। तेन दुधे ते वारी
ਗਾਂ ਦੁੱਧ ਨਾ ਦੇਵੇ ਤਾਂ ਜੋੜਦਾ ਕੋਈ ਨਹੀਂ, ਛੱਡ ਦਿੰਦੇ ਆ। ਮੱਝ ਨਾ ਦੇਵੇ ਤਾਂ ਜ਼ਿਮੀਂਦਾਰ ਜੋੜ ਲੈਂਦੇ ਆ। ਗਾਂ ਕਿਤੇ ਕੰਮ ਆਉਂਦੀ ਨਹੀਂ ਦੁੱਧ ਤੋਂ ਬਿਨਾਂ। ਕਿਤੇ ਨਾ ਆਵੇ ਕਾਂ, ਜਲ ਬਿਨ ਸਾਖ ਕੁਮਲਾਵਤੀ। ਪਾਣੀ ਨਾ ਲਾਈਏ ਫਸਲ ਸੁੱਕ ਜਾਂਦੀ ਆ। ਉਪਜੇ ਨਾਹੀਂ ਦਾਮ, ਪੈਸੇ ਨਹੀਂ ਬੱਟ ਹੁੰਦੇ ਫਸਲ ਦੇ। ਹਰ ਨਾਹ ਨ ਮਿਲੀਏ ਸਾਜਨੇ, ਕਤ ਪਾਈਏ ਬਸਰਾਮ। ਜੇ ਤੋਂ ਵਿਛੜੇ ਆ, ਕੋਲਾ ਜਿੰਨਾ ਚਿਰ ਅੱਗ ਦੇ ਨਾਲ ਨਹੀਂ ਹੁੰਦਾ ਉਹ ਅਸਲੀ ਰੰਗ ਨਹੀਂ ਚੜ੍ਹਦਾ ਕੋਲੇ ਨੂੰ, ਭਾਵੇਂ ਸਾਰਾ ਜ਼ੋਰ ਲਾ ਲਓ ਤੁਸੀਂ। ਹਰ ਨਾਹ ਨਾ ਮਿਲੀਏ ਸਾਜਨੇ, ਜਿੰਨਾ ਚਿਰ ਉਹਦੇ ਨਾਲ ਰਲਦੇ ਨਹੀਂ ਸਾਨੂੰ ਟਕਾ ਮਿਲਣਾ ਹੀ ਨਹੀਂ। ਥਿਤ ਪਾਈ ਚੂਕੇ ਭਰਮ ਗਬਨ, ਸੁਣ ਨਾਨਕ ਹਰ ਹਰ ਜਸ ਸਰਬਣ। ਤੇਰਾ ਟਕਾ ਬਣ ਜਾਊਗਾ, ਇਹ ਕੰਮ ਕਰ, ਘੁੰਮਣਾ ਕਰਨਾ ਖਤਮ ਹੋ ਜਾਊਗਾ ਤੇਰਾ। ਹਰ ਨਾਹ ਨਾ ਮਿਲੀਏ ਸਾਜਨੇ, ਕਤ ਪਾਈਏ ਜਿਤ ਕਰ ਹਰ ਕੰਤ ਨਾ ਪ੍ਰਗਟੇ। ਪਠ ਨਗਰ ਸੇ ਗ੍ਰਾਮ, ਜਿੱਥੇ ਪਰਮੇਸ਼ਰ ਨਿਰੰਕਾਰ ਪ੍ਰਗਟ ਨਹੀਂ ਹੋਇਆ ਜਿਸ ਸਰੀਰ ਦੇ ਅੰਦਰ। ਪਠ ਨਗਰ ਸੇ ਗ੍ਰਾਮ ਸਮਝ ਲਓ ਅਜਾੜ ਹੈ, ਅਜਾੜ ਹੈ। ਇੱਕ ਪੰਕਤੀ ਹੋਰ ਲਿਖੀ ਹੈ ਕਬੀਰ ਸਾਹਿਬ ਜੀ ਨੇ, ਕਬੀਰ ਜਾ ਕਰ ਸਾਧ ਨਾ ਸੇਵੀਐ। ਜਿਨ੍ਹਾਂ ਘਰਾਂ ਵਿੱਚ ਸਾਧਾਂ ਦੇ ਹੱਥ ਧਵਾ ਕੇ ਪਾਣੀ ਨਹੀਂ ਡੁੱਲਦਾ, ਭੋਜਨ ਛਕਾਉਣ ਤੋਂ ਬਾਅਦ ਪਹਿਲਾਂ ਪਾਣੀ ਨਹੀਂ ਡੁੱਲਦਾ। ਹਰ ਕੀ ਪੂਜਾ ਨਾਹੀਂ, ਰੱਬ ਦਾ ਨਾਂ ਨਾ ਹੋਵੇ, ਤੇ ਘਰ ਮਰਹਟ ਸਾਰਖੇ ਭੂਤ ਬਸੇ ਤਨ ਮਾਏ। ਕਹਿੰਦੇ ਉਹ ਘਰ ਸਿਵਿਆਂ ਵਰਗਾ ਆ, ਸ਼ਮਸ਼ਾਨ ਹੈ, ਭੂਤ ਬੈਠੇ ਆ ਉੱਥੇ, ਉਹ ਬੰਦੇ ਨਾ ਜਾਣੋ ਭੂਤ ਹੈ। ਤੇ ਆ ਹੁਣ ਬਹੁਤ ਕੋਠੀਆਂ ਮਰਹਟ ਹੀ ਆ, ਹੋਰ ਕੀ ਹੈ, ਸ਼ਮਸ਼ਾਨ ਵਾਂਗਰ ਸੁੰਨੀਆਂ ਪਈਆਂ, ਝਾੜੂ ਦੇਣੇ ਵਾਲਾ ਕੋਈ ਨਹੀਂ ਹੈ। ਕਿਸੇ ਸਾਧੂ ਮਹਾਤਮਾ ਦੇ ਹੱਥ ਨਹੀਂ ਧੋਤੇ ਉੱਥੇ, ਕਿਸੇ ਸਾਧੂ ਮਹਾਤਮਾ ਨੂੰ ਰੋਟੀ ਨਹੀਂ ਖਿਲਾਈ, ਬੜੇ ਅਡੰਬਰ ਰਚੇ ਆ ਦੁਆਬੇ ਵਿੱਚ। ਦੇਖੋ ਜਿੱਡੀ ਵੱਡੀ ਕੋਠੀ ਉੱਡਾ ਵੱਡਾ ਜਿੰਦਾ, ਜਿੱਥੇ ਕੋਠੀ ਹੈ ਨਹੀਂ ਉੱਥੇ 10 ਬੰਦੇ ਬੈਠੇ ਆ। ਇਹਨਾਂ ਨੂੰ ਕਹਿੰਦੇ ਭੂਤ ਬਸੇ ਤਿਨ ਮਾਹੀ। ਜਿਤ ਕਰ ਹਰ ਕੰਤ ਨਾ ਪ੍ਰਗਟਈ, ਪਠ ਨਗਰ ਸੇ ਗ੍ਰਾਮ। ਸਰਬ ਸੰਗੋਰ ਸਭ ਸੰਗਾਰ ਸੰਬੋਲ ਤੰਬੋਲ ਰਸਣ ਦੇ ਹੀ ਸਭ ਕਾਮ ਪ੍ਰਭ ਮੀ ਕੰਦ ਮੀਤ ਸੱਜਣ ਸਮਝ। ਫਿਰ ਅੱਗੇ ਸਤਿਗੁਰੂ ਜੀ ਕਹਿੰਦੇ ਚੇਤ ਗੋਬਿੰਦ ਅਰਾਧੀਐ। ਉਹਨੇ ਫਿਰ ਇਹ ਗੱਲ ਦੱਸੀ ਗੁਰੂ ਅਰਜਨ ਦੇਵ ਮਹਾਰਾਜ ਨੇ, ਕਹਿੰਦੇ ਬਈ ਸ਼ੁਰੂਆਤ ਹੈ ਇੱਥੋਂ ਸ਼ੁਰੂ ਕਰਿਓ, ਜਿਹੜਾ ਨੀਂਹ ਪੱਥਰ ਰੱਖੀ। ਕਹਿੰਦੇ ਪਰਮੇਸ਼ਰ ਨੂੰ ਆਰਾਧਨ ਕਰੋ। ਆਰਾਧਨ ਹੁੰਦਾ ਕਿਸੇ ਨੂੰ ਕੋਈ ਵਿਪਤਾ ਪੈ ਜਾਵੇ, ਉਹ ਅੰਦਰ ਉਹੀ ਮੁੜ ਗੱਲ ਆਈ ਜਾਂਦੀ ਹੈ। ਜੇ ਉਹ ਕੰਮ ਕਰਦਾ ਉਹ ਹੀ ਅੰਦਰ ਆਪੇ ਹੀ ਬੋਲੀ ਜਾਂਦਾ, ਮੈਂ ਉਹਨੂੰ ਆਹ ਕਹੂੰਗਾ, ਇਹਨੂੰ ਕਹਿੰਦੇ ਆਰਾਧਨ। ਕਿਸੇ ਦੇ ਅੰਦਰ ਆਰਾਧਨ ਰੰਨ ਦਾ ਚੱਲਦਾ, ਕਿਸੇ ਦੇ ਧਨ ਦਾ ਚੱਲਦਾ, ਕਿਸੇ ਦੇ ਝਗੜੇ ਦਾ ਚੱਲਦਾ, ਕਿਸੇ ਦੇ ਕਾਸੇ ਦਾ ਚੱਲਦਾ, ਅੰਦਰ ਚੱਲੀ ਜਾਂਦਾ ਆਰਾਧਨ। ਤਾਂ ਹੀ ਮਹਾਰਾਜ ਨੇ ਲਿਖਿਆ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ। ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਤਿਆਗਣ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਇਹ ਬੇ ਤਿਸੇ ਪ੍ਰਾਪਤੇ ਜਿਸ ਇੱਕ ਮਸਤਕ ਭਾਗਣਾ। ਕਹਿੰਦੇ ਜੇ ਆਰਾਧਨ ਕਰਨਾ ਪਰਮੇਸ਼ਰ ਨੂੰ ਆਰਾਧਨ ਕਰੋ। ਚੇਤ ਗੋਬਿੰਦ ਆਰਾਧੀ ਹੈ, ਹੋਵੇ ਆਨੰਦ ਕਣਾ। ਕਣਾ ਹੁੰਦਾ ਸੰਘਣਾ, ਕਣੀ ਛਾਂ ਆ ਵੀ ਬੂਟੇ ਦੀ। ਜੇ ਜ਼ਿਆਦੇ ਸੁੱਖ ਲੈਣੇ ਆ ਭਾਈ, ਚੇਤ ਦੇ ਮਹੀਨੇ ਕਹਿੰਦੇ ਬਾਣੀ ਪੜ੍ਹਿਆ ਕਰੋ, ਤੜਕੇ ਉੱਠ ਕੇ ਆਰਾਧਨ ਕਰੋ ਪਰਮੇਸ਼ਰ ਦਾ। ਇਹ ਸ਼ੁਰੂਆਤ ਹੈ, ਮਹਾਰਾਜ ਨੇ ਸ਼ੁਰੂ ਕੀਤੀ। ਹਲੇ ਤਾਂ ਗਾਹਾਂ ਦੱਸਣਗੇ ਵੀ ਕੀ ਔਕੜ ਆਉਣੀ ਆ। ਤੈਨੂੰ ਮੋਰੇ ਅੱਜ ਦਾ ਫਸਲ ਬੀਜਦੇ ਨਾ, ਉਹਨੂੰ ਸਿਆਣੇ ਬੰਦੇ ਜਿਹੜੇ ਡਾਕਟਰ ਆ ਸਮਝਾਉਂਦੇ, ਗੁੱਲੀ ਡੰਡੇ ਦਾ ਆਹ ਸਪਰੇਅ ਕਰ ਦੇਈਂ, ਜੇ ਆਹ ਬਿਮਾਰੀ ਪੈ ਗਈ ਆਹ ਕਰ ਦੇਈਂ। ਇਹ ਥੋੜ੍ਹਾ ਫਿਰ ਕਣਕ ਬੀਜ ਕੇ ਹੀ ਸਰ ਗਿਆ। ਵੱਢਣ ਤੱਕ ਕਿੰਨੀਆਂ ਲਾਮਤਾਂ ਆਈਆਂ, ਉਹ ਸਾਨੂੰ ਦੁਕਾਨਾਂ ਵਾਲੇ ਜਾਂ ਜਿਹੜੇ ਸਿਆਣੇ ਆ ਸਾਡੇ ਖੇਤੀਬਾੜੀ ਮਹਿਕਮਾ ਉਹ ਦੱਸਦੇ ਆ ਵੀ ਇਹਨੂੰ ਇਹ ਸਪਰੇਅ ਕਰਨਾ ਪੈਣਾ, ਨਹੀਂ ਤਾਂ ਪੱਠਾ ਹੀ ਹੋ ਜਾਣਾ, ਵਿੱਚ ਹੋਣਾ ਕੁਛ ਨਹੀਂ ਹੈ। ਇਹ ਗੱਲਾਂ ਹਲੇ ਦੱਸਣੀਆਂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਨੇ। ਉਹਨੇ ਤਾਂ ਹਲੇ ਤਾਂ ਇਹ ਗੱਲ ਕਹੀ ਵੀ ਇਹ ਬੀਜੋ ਤਾਂ ਤੁਹਾਨੂੰ ਸੁੱਖ ਮਿਲ ਜੂ। ਕਣਕ ਬੀਜੋਗੇ ਮੌਜ ਲਓਗੇ ਸਾਰਾ ਸਾਲ, ਰੋਟੀ ਖਾਓਗੇ, ਚਾਹੇ ਭੁੰਨ ਕੇ ਗੁੜ ਲਾ ਕੇ ਚੱਬ ਲਿਓ, ਚਾਹੇ ਰੋਟੀ ਬਣਾ ਕੇ ਖਾ ਲਿਓ, ਚਾਹੇ ਪੂਰੀਆਂ ਬਣਾ ਕੇ ਖਾ ਲਿਓ, ਚਾਹੇ ਪੀਜ਼ਾ ਬਣਾ ਕੇ ਖਾ ਲਿਓ, ਜਿੱਦਾਂ ਮਰਜ਼ੀ ਖਾ ਲਿਓ, ਹੋਵੇ ਆਨੰਦ ਕਣਾ। ਜਿਹੜੀ ਮਰਜ਼ੀ ਚੀਜ਼ ਜਿੱਦਾਂ ਮਰਜ਼ੀ ਖਾ ਲਓ। ਸੰਤ ਜਨਾਂ ਮਿਲ ਪਾਈਏ ਰਸਨਾ ਨਾਮ ਪਣਾ। ਜੇ ਤੁਸੀਂ ਕਹੋਗੇ ਵੀ ਆਪਣੇ ਆਪ ਹੀ, ਇਹ ਗੱਲ ਮੁਸ਼ਕਲ ਹੈ। ਸਾਧੂ ਜਨਾਂ ਨੂੰ ਮਿਲੋ, ਕਹਿੰਦੇ ਜੇ ਤੁਸੀਂ ਰਸਨਾ ਨਾਲ ਨਾਮ ਜਪਣਾ, ਸੰਤ ਜਨਾਂ ਮਿਲੋ ਰਸਨਾ ਨਾਮ ਪਣਾ। ਜਿਸ ਨਾਮ ਤੇ ਪਰਮੇਸ਼ਰ ਨੇ ਖੁਸ਼ ਹੋਣਾ ਉਹ ਸਾਧੂ ਜਨਾਂ ਤੋਂ ਮਿਲਣਾ, ਦੂਜੇ ਤੋਂ ਨਹੀਂ ਮਿਲਣਾ। ਜਿਹੜਾ ਸਕੂਲੇ ਮਾਸਟਰ ਸਬਕ ਦਿੰਦਾ ਉੱਤੇ ਪੇਪਰ ਪੈਣਾ, ਜਿਹੜਾ ਘਰ ਅਸੀਂ ਕਰਦੇ ਉੱਤੇ ਪੇਪਰ ਥੋੜ੍ਹਾ ਪੈਣਾ। ਰਸਨਾ ਨਾਮ ਪਣਾ।
चेत गोविंदा राधिया होवे आनंद करना, संत जना मिल पाई रसना ना अपना। एक खिन तिस बिन जीवना, बिरथा जन्म जाना। एक साह तो बिना बंदे का जीना औखा। इदां एक खिन तो बिना जे रब बिसर जाए, कहते ये वास्ते भी औखा, एवें बिरथा चले गया। एक खिन तिस बिन जीवना, बिरथा जन्म जाना। जल थल मैयल पूरिया रविया बिच बना। कहते जल थल जिधर जिधर भी हरेक जगह पर रविया होया है। वो जे को कहे जंगल जाके प्राप्ति, प्राप्ति तो रब तो अंदर ही लभना, तो अंदरों ही सी। वो जंगल में तो अकांत लभ गई, उन्हें निंदिया चुगली बंद हो गई, मूँह करनों रह गया, कन्न सुननों रह गया, अखां बंद हो गई, दिसनों हट गया। अकांत में जाके इनू कुछ चीज़ां प्राप्त हो गई। फिर जिहड़ा मन रह गया सी, मन नूं शब्द ना जोड़ दिता, उत्थे मिल तां गया कुछ ना कुछ उदा रबिया बिच बना। सो प्रभ चित न आवे कितड़ा दुख गणा। पंजवें पातशाह कहंदे गल सुन लो एक मेरी, जे वो चेते ना आया तो दुखों की गिणती नहीं की जानी। जे को कहे 10 दुख 20 दुख, गुरु अर्जन देव महाराज का बचन है कितड़ा दुख गणा। किन्ने क गिण के दस दीए, कहते हस्पताल जाके देख लो भरे पे। जिहड़ी भी बीमारी वाले हस्पताल च जो लाइनां लगियां हाय हाय हुंदी है, ये तो बहुत थोड़ी है, ये तो बहुत थोड़ी है। महात्मा पुरुष दसदे हुंदे सी, जोगी माजरा संत बाबा तोतापुरी जी होए आ मालवे विच। अल्फ नंगे सी बाबा बीरमदास वर्गे। जब कोई मत्था टेकदा सी, भावना हुंदी बाबा जी ये चीज़ चाहिए, उन्होंने उस वेले कह देंदे सी, वो सौरिया की मंगदा, जे तुहानूं पड़दा माड़ा जिहा दरगाह दा चक के दिखा दे, तुसीं खड़े नहीं हो सकते। इन्हां जीव दा माड़ा हाल करदे आ मोहरे। जिन्हों नहीं यकीन वो गरुड़ पुराण पढ़ लियो, छोटा जिहा ग्रंथ है, पंजाबी विच मिल जांदा गरुड़ पुराण, मरे हुए प्राणी ते पढ़दे आओ। सो प्रभ चेतन आवे कितड़ा दुख गणा। जिन्हीं राविया सो प्रभु तिना भाग मना। जिन्हां ने उन्होंने चेते किया, मना च ये मन अगे मन हुंदे सी, हुण क्वांटल हो गए। उन्हां दे भाग मना च, ये नहीं भी किलो 200 ग्राम 100 ग्राम, नहीं, तिना भाग मना। हर दर्शन को मन लोचदा, नानक प्यास मना। जब इत्थे अवस्था पहुँचती है, फिर बंदा कहता मैनू परमेश्वर तो मिलाओ जिहदे कोल इन्नियां चीज़ां, फिर उसकी इच्छा अंदरों जागदी है। चेत मिलाए सो प्रभु तिसके पाए लगा। कहते जिहड़ा महाराज सच्चे पातशाह जिहड़ा परमेश्वर नूं मैनूं मिला देवे ना, मैं उहदे पैरां नूं लग जावां। कौन कहता संतां नूं मत्था नहीं टेकदा। इत्थे तुरे जांदे बंदे नूं पिंड च कोई राह दस देवे, उहदा धन्नवाद करीदा, भाई साहब धन्नवाद तुहाडा, तुसीं सानूं सीधे रास्ते पाता। जे कोई संत ने सीधा रास्ता दसता, की गल भी उहदे पैरां नूं की लगा है, भी वो सत्कार तां तुसीं गोरियां को चल जाओ दूजे मुल्कां 'च, माड़ा जिहा गल कर ला उस वेले थैंक यू कहंदे हो, साडे बेशुकरे होए फिरदे आ। जे संतां ने कोई चंगी गल दसी है, उहदा सत्कार करिया करो। चेत मिलाए सो प्रभु तिसके पाए लगा। पाए कहंदे चरनां नूं पैरां नूं, जिहड़ा मैनूं मिला देवे मैं उहदे पैरां नूं लग जावां। महाराज कोई आण मिलावे मेरा मेरी प्रीतम प्यारा हों, तिस पै आप बेच आई, अपना आप बेच दईए। ये महाराज मैनू दिखा दिओ कित्थे बैठा, दिसदा नहीं है। बैठा तो अंदर ही आ, निगाह का ऑपरेशन करने वाला, पर जिन ऑपरेशन करना है उहदियां अपनियां अखां शुद्ध होणियां चाहीदियां, उहदा दिमाग सही होना चाहिए, उहदे हत्थ पैर सही होने चाहिए। जे मैं इहदी व्याख्या करिया बड़ी लंबी होनी है। हुण तां 5 बंदे उठ के छिट्टे मार दिंदे, उन्होंने पुछो भी तुसीं सही आ, उन्हां दी अखां 'च भी नुक्स निकल, उन्होंने किहड़ा दिसिया है। मैं लंबी चौड़ी व्याख्या 'च नहीं पैना। जे इहनूं गल करिए, जिहड़ा दूजे दी अख दा ऑपरेशन करदा उहदियां अपनियां अखां सही होणियां चाहीदियां, उहदा दिमाग सही होना चाहिए। माड़ा मोटा उटल गया अख नूं खराब कर दू, उहदा शरीर सही होना चाहिए, होर कोई नुक्स ना होवे, विच ही छड्ड के नੱਠਣਾ ना पवे उहनूं। ऐसे महापुरुष की संगत कहते वो चरणों में लग जाइए। हुण मोरे होला महला आउंदी संगरांद तो पहला साहब गुरु गोबिंद सिंह साहब जी का आ रहा। बहुतियां नूं पता नहीं होना होला महला क्यों मनाउंदे आ। मैं थोड़ा जिहा जिक्र करके तुहानूं दस देना, लम्मा नहीं जाना। साहब गुरु गोबिंद सिंह साहब महाराज ने सिखां नूं कहा सी, जिहड़े हिंदू तिहार मनाउंदे तुसीं भी मनाया करो, तुसीं भी मनाया करो।
ਹਿੰਦੂ ਦੀਵਾਲੀ ਮਨਾਉਂਦੇ ਸੀ। ਛੇਵੇਂ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਸਾਹਿਬ ਦੀਵਾਲੀ ਨੂੰ ਆਏ, ਅੱਗੇ ਪਿੱਛੇ ਵੀ ਆ ਸਕਦੇ ਸੀ, ਉਹਨਾਂ ਨੂੰ ਪਤਾ ਸੀ ਕੱਟੜ ਹੋ ਜਾਣੇ ਆ, ਦੀਵਾਲੀ ਮਨਾਓ। ਹਿੰਦੂ ਦੁਸਹਿਰਾ ਮਨਾਉਂਦੇ ਸੀ, ਸਿੱਖ ਨਹੀਂ ਸੀ ਮਨਾਉਂਦੇ। ਦੁਸਹਿਰੇ ਵਾਲੇ ਦਿਨ ਹਜ਼ੂਰ ਸਾਹਿਬ ਬਾਬਾ ਬੰਦਾ ਬਹਾਦਰ ਜੀ ਨੇ ਸਿੰਘਾਂ ਨੂੰ ਭੇਜਿਆ ਚਿੱਠੀ ਦੇ ਕੇ ਵੀ ਮਹਾਰਾਜ ਮੈਂ ਸਰਹੰਦ ਫਤਿਹ ਕਰ ਦਿੱਤੀ ਆ। ਜਦੋਂ ਸਿੱਖ ਚਿੱਠੀ ਲੈ ਕੇ ਪਹੁੰਚੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਿੰਘਾਸਨ 'ਤੇ ਬੈਠੇ ਸੀ। ਉਹ ਦਿਨ ਦੁਸਹਿਰੇ ਦਾ ਸੀ। ਸਿੱਖਾਂ ਨੇ ਬਹੁਤ ਖੁਸ਼ੀ ਕੀਤੀ, ਫਿਰ ਦੁਸਹਿਰਾ ਮੰਨਣ ਲੱਗ ਗਏ। ਫਿਰ ਹਿੰਦੂ ਹੋਲੀ ਮਨਾਉਂਦੇ ਸੀ। ਮਹਾਰਾਜ ਕਹਿੰਦੇ ਤੁਸੀਂ ਵੀ ਮਨਾਇਆ ਕਰੋ। ਪੁਰਾਤਨ ਸਤਯੁੱਗ ਦਾ ਇਹ ਹੈਗਾ ਤਿਉਹਾਰ, ਸਤਯੁੱਗ ਦਾ। ਸਾਹਿਬਾਂ ਨੇ ਮਨਾਉਣਾ ਸ਼ੁਰੂ ਕੀਤਾ ਵੀ ਦੋ ਪਾਰਟੀਆਂ ਬਣਾ ਲੈਣੀਆਂ, ਦੌੜਨਾ, ਇੱਧਰੋਂ ਦੌੜਨਾ, ਇੱਕ ਦੂਏ ਨੂੰ ਹਰਾਉਣਾ, ਖੁਸ਼ੀ ਨਾਲ ਇੱਕ ਦੂਏ 'ਤੇ ਰੰਗ ਸਿੱਟਣਾ। ਕਹਿੰਦੇ ਤੁਸੀਂ ਵੀ ਮਨਾਇਆ ਕਰੋ। ਉਹ ਪਹਿਲਾਂ ਤਾਂ ਇੱਦਾਂ ਮਨਾਉਂਦੇ ਰਹੇ, ਫਿਰ ਉਹ ਸਿੱਖਾਂ 'ਤੇ ਬੜੀ ਕੌਮ ਹੀ ਐਸੀ ਮਾਰਸ਼ਲ ਕੌਮ ਹੁੰਦੀ ਜਿਹੜੀ ਦੂਜਿਆਂ ਦੀ ਮਦਦ ਕਰੇ, ਉਹਨੂੰ ਕਹਿੰਦੇ ਮਾਰਸ਼ਲ ਕੌਮ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਨਹੀਂ ਹਿੰਦੂਆਂ ਨੂੰ ਮੇਰੇ ਸਿੱਖ ਬਣੋ, ਕਿਹਾ ਥੋੜੋ, ਅੱਜ ਤੱਕ ਨਹੀਂ ਕਿਹਾ ਮੇਰੇ ਸਿੱਖ ਬਣੋ, ਮੈਂ ਤੁਹਾਡੀ ਮਦਦ ਕਰੂੰਗਾ। ਇਹਨੂੰ ਕਹਿੰਦੇ ਗੁਰੂ। ਅੱਜ ਤੱਕ ਕਿਸੇ ਕੋਲ ਚਲ ਜਾ, ਕਹਿੰਦਾ ਵੋਟਾਂ ਮੈਨੂੰ ਪਾਈ। ਕਿਸੇ ਸੰਤ ਕੋਲ ਚਲ ਜਾਓ, ਕਹਿੰਦਾ ਤੂੰ ਇੱਥੇ ਮੇਰੇ ਕੋਲ ਆਇਆ ਕਰ, ਹੋਰ ਪਾਸੇ ਨਾ ਜਾਇਆ ਕਰ। ਜਿਹੜਾ ਨਿਰੋਲ ਪਰਮੇਸ਼ਰ ਹੈ ਉਹ ਨਹੀਂ ਕਿਸੇ ਨੂੰ ਕਹਿੰਦਾ ਕੁਛ ਵੀ। ਉਸ ਵੇਲੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਅਦ ਫਿਰ ਗੁਰੂ ਮੁਸਲਮਾਨੀ ਰਾਜ ਸੀ। ਹੁਸ਼ਿਆਰਪੁਰ ਦੇ ਇਲਾਕੇ ਵਿੱਚ ਬਸੀਆਂ ਬਹੁਤ ਹੈ, 22 ਬਸੀਆਂ ਜਿਹੜੇ ਮੁਸਲਮਾਨਾਂ ਦੇ ਗੜ੍ਹ ਸੀ। ਗੁਲਾਮ ਹੁਸੈਨ ਦੀ ਬਸੀ, ਦੌਲਤ ਖਾਂ ਦੀ ਬਸੀ, ਕਿਕਰਾਂ ਵਾਲੀ ਬਸੀ, ਬਹੁਤ ਬਸੀਆਂ, 22 ਬਸੀਆਂ। ਇੱਥੇ ਇੱਕ ਬਸੀ ਦਾ ਜਾਬਰ ਖਾਂ ਮੁਸਲਮਾਨ ਬੜਾ ਅਮੀਰ ਅਤੇ ਉਹਦਾ ਰਿਸ਼ਤੇਦਾਰ ਸੀ, ਔਰੰਗਜ਼ੇਬ ਨਾਲ ਮਾੜੀ ਮੋਟੀ ਸਕੀਰੀ ਵੀ ਸੀ ਇਹਦੀ। ਜਦੋਂ ਮਾੜਾ ਮੋਟਾ ਕਿਤੇ ਕੁੜੀ ਵਿਆਹ ਕੇ ਲਿਆਉਂਦੇ ਸੀ ਤਾਂ ਖੋਹ ਲਿਆਉਂਦੇ ਸੀ ਡੋਲਾ, ਬਹੁਤ ਤੰਗ ਕਰਦੇ ਸੀ ਹਿੰਦੂਆਂ ਨੂੰ। ਜੇਜੋਂ ਤੋਂ ਦੇਵੀ ਦਾਸ ਬ੍ਰਾਹਮਣ ਬਜਵਾੜਾ ਸ਼ਹਿਰ ਹੁਸ਼ਿਆਰਪੁਰ ਦੇ ਨਾਲ ਹੈ। ਮਾਤਾ ਜੀਤੋ ਜੀ ਦਾ ਪਿੰਡ ਹੈ। ਬਾਬਾ ਅਜੀਤ ਸਿੰਘ ਦੇ ਨਾਨਕੇ ਹੈ ਉੱਥੇ, ਅਤੇ ਮਾਤਾ ਸੁੰਦਰੀ ਜੀ ਦਾ ਪਿੰਡ ਹੈ। ਅਤੇ ਉੱਥੇ ਬਾਬਾ ਅਜੀਤ ਸਿੰਘ ਇੱਕੋ ਹੀ ਸੀ, ਇਕੱਲੇ ਹੀ ਮਾਤਾ ਜੀ ਦੇ। ਜਦੋਂ ਦੇਵੀ ਦਾਸ ਦਾ ਡੋਲਾ ਖੋਲ੍ਹਿਆ, ਜੇਜੋਂ ਦਾ ਦੇਵੀ ਦਾਸ ਸੀ, ਬਜਵਾੜੇ ਤੋਂ ਲੈ ਕੇ ਗਿਆ ਕੁੜੀ, ਉਹਦੀ ਫਿਰ ਕਿਸੇ ਨੇ ਸੁਣੀ ਨਾ। ਫਿਰ ਉਹਨੂੰ ਕਿਸੇ ਨੇ ਕਿਹਾ ਤੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਚਲਿਆ ਜਾ। ਉਹ ਫਿਰ ਚਲੇ ਗਿਆ, ਫਰਿਆਦੀ ਹੋ ਗਿਆ। ਮਹਾਰਾਜ ਪ੍ਰਸ਼ਾਦਾ ਛਕਣ ਲੱਗੇ, ਉਹਨਾਂ ਨੇ ਪ੍ਰਸ਼ਾਦਾ ਫਿਰ ਛੱਡ ਦਿੱਤਾ। ਬਾਬਾ ਅਜੀਤ ਸਿੰਘ 18 ਸਾਲ ਦੀ ਉਮਰ ਸੀ ਇਹਨਾਂ ਦੀ ਉਸ ਵੇਲੇ, 18 ਜਾਂ 17 ਦੀ ਹੋ ਗਈ। ਕਹਿੰਦੇ ਮਹਾਰਾਜ ਤੁਸੀਂ ਪ੍ਰਸ਼ਾਦਾ ਛਕੋ, ਸਾਨੂੰ ਹੁਕਮ ਕਰੋ। ਸਾਹਿਬ ਕਹਿੰਦੇ ਤੇਰੇ ਮਾਮੇ ਦੀ ਕੁੜੀ ਹੈ ਜਿਹੜੀ ਉਹ ਖੋਹ ਕੇ ਲੈ ਗਏ, ਜਾ ਉਹਨੂੰ ਛੁਡਾ ਕੇ ਇਹਨੂੰ ਦੇ। 200 ਸਿੰਘਾਂ ਦਾ ਜਥਾ ਦੇ ਕੇ ਬਾਬਾ ਅਜੀਤ ਸਿੰਘ ਜੀ ਨੂੰ ਭੇਜਿਆ ਬਜਵਾੜੇ। ਉਹ ਜਾਬਰ ਖਾਂ ਨੂੰ ਬੰਨ੍ਹਿਆ, ਬੰਨ੍ਹ ਕੇ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ। ਬੜੇ ਬੜੇ ਕੀਮਤੀ ਸਿੱਖ ਸ਼ਹੀਦ ਹੋਏ। ਮਾਲਪੁਰ ਹੈ, ਕਰੀਮਪੁਰ, ਚਾਹ ਵਾਲਾ, ਬੇਈਹਾਰੇ, ਅਕਾਲਗੜ੍ਹ ਅਤੇ ਇੱਥੇ ਵੱਡੋਂ, ਪਤਾ ਨਹੀਂ ਕਿੰਨੇ ਸਿੰਘ ਸ਼ਹੀਦ ਹੋਏ ਇੱਕ ਕੁੜੀ ਨੂੰ ਛਡਾਉਣ ਵਾਸਤੇ। ਬੰਨ੍ਹ ਕੇ ਜਾਬਰ ਖਾਂ ਨੂੰ ਅਨੰਦਪੁਰ ਸਾਹਿਬ ਲੈ ਕੇ ਗਏ। ਇੱਕ ਚਿੱਠੀ ਲਿਖ ਕੇ ਇੱਕ ਬੰਦੇ ਨੂੰ ਔਰੰਗਜ਼ੇਬ ਕੋਲ ਭੇਜਿਆ। ਇਹ ਮੈਂ ਬਚਨ ਬਾਬਾ ਸੰਤਾ ਸਿੰਘ ਜੀ, ਜਿਨ੍ਹਾਂ ਨੇ 70 ਸਾਲ ਬਾਬਾ ਜਵਾਲਾ ਸਿੰਘ ਜੀ ਦੇ ਬਚਨ 'ਤੇ ਪਹਿਰਾ ਦਿੱਤਾ, ਉਹਨਾਂ ਤੋਂ ਸੁਣਿਆ ਮੈਂ, ਸਾਨੂੰ ਨਹੀਂ ਸੀ ਪਤਾ ਇਹ। ਕਹਿੰਦੇ ਉਹ ਫਿਰ ਕੁੜੀ ਜਾਬਰ ਖਾਂ ਨੂੰ ਲੈ ਗਏ। ਚਿੱਠੀ ਲਿਖ ਕੇ ਔਰੰਗਜ਼ੇਬ ਨੂੰ ਭੇਜੀ ਵੀ ਇਸ ਤਰੀਕ ਨੂੰ ਤੁਹਾਡਾ ਇਹ ਬੰਦਾ ਸੀ ਕੁੱਤਿਆਂ ਤੋਂ ਤੜਾਉਣਾ, ਜਿੱਦਣ ਮਹੱਲਾ ਕੱਢਦੇ ਆ ਉਦਣ, ਜੇ ਹਿੰਮਤ ਹੈ ਤਾਂ ਕਿਸੇ ਦੀ ਆ ਕੇ ਛਡਾ ਲਵੇ। ਅੱਜ ਜਿੱਦਾਂ ਹੁਣ ਨਿਹੰਗ ਸਿੰਘ ਮਹੱਲਾ ਕੱਢਦੇ ਆ, ਆਪਣੇ ਆਪਣੇ ਜਥੇਦਾਰ ਆਪਣੇ ਆਪਣੇ ਘੋੜਿਆਂ 'ਤੇ ਬੈਠੇ, ਉਹਨਾਂ ਦੇ ਨਾਲ ਸੇਵਾਦਾਰ ਤੁਰੇ, ਉਹ ਇੱਦਾਂ ਉੱਡੇ ਕੱਢਦੇ ਸੀ। ਜਾਬਰ ਖਾਂ ਨੂੰ ਬੰਨ੍ਹ ਕੇ ਨਾਲ ਤੋਰਿਆ ਸੀ ਅਤੇ ਸਾਰੇ ਜਥੇ ਤੁਰੇ ਹੋਏ ਸੀ ਸਾਹਿਬਾਂ ਦੇ। ਤੁਰਨੇ ਦੀ ਤਿਆਰੀ ਸੀ ਅਤੇ ਮਾਤਾ ਜੀਤੋ ਜੀ ਸਰੀਰ ਛੱਡ ਗਏ। ਅਗੰਮਪੁਰ ਰਹਿੰਦੇ ਸੀ ਮਾਤਾ ਜੀ, ਉੱਥੇ ਅਗੰਮਪੁਰ ਉਹਨਾਂ ਦਾ ਸੰਸਕਾਰ ਕੀਤਾ ਮਾਤਾ ਜੀ ਦਾ। ਰਹਿੰਦੇ ਤਾਂ ਜਿੱਥੇ ਉਹਨਾਂ ਦਾ ਗੁਰੂ ਕੇ ਮਹਿਲ, ਉੱਥੇ ਰਹਿੰਦੇ ਸੀ। ਅਗੰਮਪੁਰ ਲੰਮੀ ਚੌੜੀ ਕਥਾ ਹੈ, ਇਹ ਮੈਂ ਸੁਣਾ ਨਹੀਂ ਸਕਦਾ ਕਿਉਂਕਿ ਲੰਮੀ ਗੱਲ ਚਲੀ ਜਾਣੀ ਹੈ। ਉੱਥੇ ਅਗੰਮਪੁਰ ਮਾਤਾ ਜੀ ਜਦੋਂ ਸਰੀਰ ਛੱਡ ਗਏ ਤਾਂ ਉਹਨਾਂ ਦਾ ਸੰਸਕਾਰ ਪਹਿਲਾਂ, ਫਿਰ ਉਹ ਸਾਰੇ ਸਿੱਖ ਮਾਤਾ ਜੀ ਦਾ ਸੰਸਕਾਰ ਕਰਕੇ ਆਏ ਅਗੰਮਪੁਰ।
ਹੁਣ ਵੀ ਸਾਰੇ ਸਿੱਖ ਨਿਹੰਗ ਸਿੰਘ ਜਦ ਦੀ ਮਰਜ਼ਾਦਾ ਚੱਲਦੀ ਹੈ, ਮਾਤਾ ਜੀ ਦੇ ਸੰਸਕਾਰ 'ਤੇ ਪਹੁੰਚਦੇ ਆ ਪਹਿਲਾਂ ਉੱਥੇ, ਉੱਥੋਂ ਆ ਕੇ ਫਿਰ ਉਹ ਜਾਬਰ ਖਾਨ ਨੂੰ ਟੋਆ ਪੱਟ ਕੇ ਲੱਤਾਂ ਪੱਟਾਂ ਤੱਕ ਉਹਨੂੰ ਟੋਏ ਵਿੱਚ ਦੱਬ ਕੇ ਆਲੇ ਦੁਆਲੇ ਮਿੱਟੀ ਦੀ ਢੇਰੀ ਲਾ ਕੇ ਉਹਦੀਆਂ ਬਾਹਾਂ ਪਿੱਛੇ ਨੂੰ ਬੰਨ੍ਹ ਕੇ, ਔਰ ਦਹੀਂ ਦੇ ਵਿੱਚ ਕੁੱਤੇ ਭੁੱਖੇ ਰੱਖੇ ਹੋਏ ਸੀ, ਦਹੀਂ 'ਚ ਮਸਾਲੇ ਰਲਾ ਰਲਾ ਕੇ ਉਹਦੇ ਸਰੀਰ 'ਤੇ ਪਾਏ ਅਤੇ ਕੁੱਤਿਆਂ ਨੂੰ ਛੱਡਿਆ। ਔਰ ਕੁੱਤਿਆਂ ਮਰਨਾ ਤਾਂ ਉਹਨੇ ਹੈ ਨਹੀਂ ਸੀ, ਕੁੱਤੇ ਤੋੜ ਤੋੜ ਖਾਈ ਗਏ। ਫਿਰ ਉਸ ਵੇਲੇ ਸਿੰਘਾਂ ਨੇ ਘੋੜਿਆਂ 'ਤੇ ਚੜ੍ਹ ਚੜ੍ਹ ਕੇ ਪਿੱਛੇੋਂ ਆ ਕੇ ਨੇਜੇ ਮਾਰ ਮਾਰ ਕੇ, ਹੁਣ ਵੀ ਜਿਹਨੇ ਮਹੱਲਾ ਦੇਖਿਆ ਉਹ ਦੇਖਦੇ ਹੋਣੇ ਆ, ਇੱਕ ਢੇਰੀ ਬਣਾਈ ਜਾਂਦੀ ਜਾਬਰ ਖਾਨ ਦੀ ਬਣਾਈ ਜਾਂਦੀ ਆ, ਉਹ ਪਿੱਛੋਂ ਆ ਕੇ ਮਾਰ ਮਾਰ ਕੇ ਨੇਜੇ ਜਾਬਰ ਖਾਨ ਦੇ ਉਹਨੂੰ ਬੜੀ ਬੁਰੀ ਹਾਲਤ ਨਾਲ ਮਾਰਿਆ। ਉਹ ਹੋਲਾ ਮਹੱਲਾ ਹੁਣ ਵੀ ਮਰਜ਼ਾਦਾ ਸੰਤ ਮਹਾਰਾਜ ਜੀ ਹਰਖੋ ਵਾਲੀਏ ਆਪ ਜਾ ਕੇ ਮਹੱਲਾ ਬਹਿੰਦੇ ਹੁੰਦੇ ਸੀ, ਚਾਦਰ ਵਿਛਾ ਕੇ ਆਪ ਮਹੱਲਾ ਦੇਖਦੇ ਹੁੰਦੇ ਸੀ ਬਹਿ ਕੇ। ਉਹ ਹੁਣ ਹੋਲਾ ਮਹੱਲਾ ਵੀ ਆ ਰਿਹਾ, ਬਹੁਤਾ ਸਮਾਂ ਨਹੀਂ ਲਾਉਣਾ, ਗੱਲ ਫਿਰ ਲੰਬੀ ਚਲੀ ਜਾਂਦੀ ਹੈ। ਤੁਹਾਡੀ ਕਿਰਪਾ ਨਾਲ ਮਾੜੀ ਮੋਟੀ ਸਿਹਤ ਚੰਗੀ ਹੋ ਗਈ ਤਾਂ ਲੱਗ ਜਾਂਦੀ, ਕਈ ਵਾਰ ਤਾਂ ਨਹੀਂ ਵੀ, ਚਲੋ ਸੰਗਤ ਦੀ ਕਿਰਪਾ ਨਾਲ ਮੁੜ ਕੇ ਸਰੀਰ ਤੁਹਾਡੀ ਬਖਸ਼ਿਸ਼ ਹੋਈ ਹੈ, ਤੁਸੀਂ ਤੰਦਰੁਸਤੀ ਬਖਸ਼ੀ ਹੈ, ਸਾਰਿਆਂ ਦਾ ਧੰਨਵਾਦ ਹੈ ਜੀ। ਜਿੰਨੇ ਵੀ ਤੁਸੀਂ ਆਏ ਹੋ ਚੇਤਾ ਰੱਖਿਆ ਕਰੋ, ਜਿਹਨੇ ਅੰਮ੍ਰਿਤ ਛਕਿਆ ਇੱਕ ਟਾਈਮ ਉੱਠਿਆ ਕਰੋ। ਕਿਹੜੇ ਟਾਈਮ ਉੱਠਣਾ? ਜਿਹੜਾ ਕਹਿੰਦਾ ਮੈਂ ਬਹੁਤੇ ਹਨੇਰੇ ਨਹੀਂ ਉੱਠਣਾ, ਉਸ ਵੇਲੇ ਆਪਣੀਆਂ ਬਾਹਾਂ ਦੇ ਵਾਲ ਨਹੀਂ ਦਿਸਣੇ ਚਾਹੀਦੇ, ਇੰਨਾ ਹਨੇਰੇ ਉੱਠ ਖੜੋ। ਜਦੋਂ ਲੂੰ ਦਿਸਣ ਲੱਗ ਜਾਣ ਫਿਰ ਦਿਨ ਚੜ੍ਹ ਗਿਆ। ਆਪਣੀ ਬਾਹਾਂ ਦੇ ਲੂੰ ਨਾ ਦਿਸਣ ਤਾਂ ਹਨੇਰਾ, ਉੱਠ ਕੇ ਜਪਜੀ ਸਾਹਿਬ ਪੜ੍ਹ ਲਓ। ਤਾਂ ਬੜੀ ਲੰਮਾ ਚੌੜਾ ਜੇ ਇਹਨੂੰ ਇਤਿਹਾਸ ਨੂੰ ਗਾਹਾਂ ਤੇ ਗਾਹਾਂ ਲੈ ਜਾਈਏ ਮੁੱਕਣਾ ਨਹੀਂ ਆ। ਸਾਰੇ ਜਿਹਨੇ ਤੁਸੀਂ ਆਏ ਹੋ ਭਾਈ, ਬਾਬਾ ਗੁਰਬਖਸ਼ ਸਿੰਘ ਜੀ ਉਹਨਾਂ ਦਾ ਪਰਿਵਾਰ ਵੀ ਅੱਜ ਆਏ, ਮੈਨੂੰ ਬੜੀ ਖੁਸ਼ੀ ਹੋਈ। ਪੁਰਾਣੇ ਸਾਧੂ ਜਿਹੜੇ ਆ ਉਹਨਾਂ ਦੇ ਪਰਿਵਾਰ ਆਉਣ ਸਾਨੂੰ ਖੁਸ਼ੀ ਬੜੀ ਹੁੰਦੀ ਹੈ, ਜਿਨ੍ਹਾਂ ਨੇ ਜ਼ਿੰਦਗੀਆਂ ਸਵਾਸਾਂ ਤੱਕ ਲਾ ਦਿੱਤੀਆਂ ਇੱਥੇ। ਜਦੋਂ ਸਰੀਰ ਜਵਾਬ ਦੇ ਗਿਆ ਉਦੋਂ ਹੀ ਲੰਮੇ ਪਏ ਨੇ ਤਾਂ ਪਏ ਨਹੀਂ, ਉਹ ਸਾਰੀ ਜ਼ਿੰਦਗੀ ਜਾਗਦੇ ਹੀ ਰਹੇ। ਉਹਨਾਂ ਦੇ ਪਰਿਵਾਰ ਵੀ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਦੇ ਮਾਝੇ ਤੋਂ, ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕਰ ਲਈ। ਪਹਿਲਾਂ ਆਉਂਦੇ ਨਹੀਂ ਅਸੀਂ ਹੁੰਦੇ, ਮੈਂ ਕਿਹਾ ਤੁਹਾਡੇ ਬਜ਼ੁਰਗ ਤੁਹਾਨੂੰ ਉਡੀਕਦੇ ਆ, ਜੋ ਮਰਜ਼ੀ ਮੰਗ ਲਓ, ਸਾਡੇ 'ਚ ਕਮੀ ਆ। ਬਜ਼ੁਰਗ ਤਾਂ ਸਮਾਨ ਲੈ ਕੇ ਬੈਠੇ, ਸਾਡੇ ਧੀਆਂ ਪੁੱਤ ਆ ਜਾਣ ਦੇ ਦੇਈਏ, ਜਾਂ ਲੋਕਾਂ ਨੂੰ ਦਿੰਦੇ ਆ, ਘਰਦਿਆਂ ਨੂੰ ਕਿਤੇ ਭੁੱਖਾ ਰੱਖੂਗੇ। ਬੜੀ ਖੁਸ਼ੀ ਹੈ ਸਾਰੇ ਮਹਾਤਮਾ ਲੋਕਾਂ ਦੇ ਨਾਲ ਸੰਬੰਧਿਤ, ਤੁਸੀਂ ਸਾਰੇ ਹੀ ਸਤਿਕਾਰਯੋਗ ਹੋ। ਆ ਕੇ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕਰਿਆ ਕਰੋ, ਸੰਗਤ ਕਰਿਆ ਕਰੋ। ਇੱਟ ਖੜ ਕੇ ਦੁੱਪੜ ਵੱਜੇ ਨਾਲੇ ਤਪੇ ਚੁੱਲ੍ਹਾ, ਇਨੀ ਗੱਲੀ ਰੱਬ ਰਾਜੀ ਨਾਲੇ ਰਾਜੀ ਬੁੱਲਾ। ਇਹ ਗੱਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪੰਥ ਨਿਰਮਲ ਭੇਖ ਸੰਪਰਦਾਵਾਂ, ਉਹਨਾਂ ਵਿੱਚ ਇਹ ਗੱਲਾਂ ਮਿਲਦੀਆਂ। ਇਹ ਉਹਨਾਂ ਮਹਾਂਪੁਰਸ਼ਾਂ ਦਾ ਸਥਾਨ ਹੈ। ਸਾਰਿਆਂ ਦਾ ਧੰਨਵਾਦ ਜੀ। ਸਾਰੇ ਰਸਨਾ ਪਵਿੱਤਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।